बाज जियो महाराज। सूरा सोम पहचानिए चोल रे दीन के हैं तुम पुरजा पुरजा कट मरे पुरजा पुरजा कट मरे कब हूँ ना छोड़े खेत। जाको हर रंग लागो इस जुग में जाको हर रंग लागो इस जुग में सो कहियत सगल वसता के जाका सतगुर पूरा आनंद गुणी निदान गुरु गरीब निवाज जियो सारी संगत बोलना जी सतनाम श्री वाहे गुरु जी। अज तक राज हुंदा मुगला रंगड़ा गुजरा दा। अज तक राज हुंदा मुगला रंगड़ा गुजरा दा। हो जे ना पटने आउंदे गुजरी दे दुलारे जे ना पटने आउंदे गुजरी दे दुलारे।
ਰੌਣਕ ਰਹਿਣੀ ਨਹੀਂ ਸੀ ਚੰਦ ਚਾਨਣੀ ਚੌਂਕਦੀ ਰੌਣਕ ਰਹਿਣੀ ਨਹੀਂ ਸੀ ਚੰਦ ਚਾਨਣੀ ਚੌਂਕਦੀ ਹੋ ਜੇ ਨਾ ਬਾਪੂ ਕਰਦਾ ਦਿੱਲੀ ਵੱਲ ਤਿਆਰੇ ਜੇ ਨਾ ਬਾਪੂ ਕਰਦਾ ਦਿੱਲੀ ਵੱਲ ਤਿਆਰੇ ਜੇ ਤੂੰ ਕੇਸ ਗੜੀ ਤੇ ਪੀਲਾ ਝੰਡਾ ਗੱਡਦਾ ਨਾ ਜੇ ਤੂੰ ਕੇਸ ਗੜੀ ਤੇ ਪੀਲਾ ਝੰਡਾ ਗੱਡਦਾ ਨਾ ਆਹ ਤੇਰੀ ਖਰਾ ਝੂਲਦਾ ਭਾਰਤੀ ਉੱਤੇ ਸਾਰੇ ਹਾਂ ਤੇਰੀ ਹਰਾ ਝੂਲਦਾ ਭਾਰਤੀ ਉੱਤੇ ਸਾਰੇ ਜੇ ਤੂੰ ਰਾਖੀ ਦੇ ਲਈ ਖਾਲਸਾ ਪੰਥ ਸਜਾਉਂਦਾ ਨਾ ਹੋ ਜੇ ਤੂੰ ਰਾਖੀ ਦੇ ਲਈ ਖਾਲਸਾ ਪੰਥ ਸਜਾਉਂਦਾ ਨਾ ਹੋ ਕਈ ਦਰੋਗਤਾ ਦੇ ਜਾਂਦੇ ਚੀਰ ਉਤਾਰੇ ਕਈ ਦਰੋਗਤਾ ਦੇ ਜਾਂਦੇ ਚੀਰ ਉਤਾਰੇ
ਢਾਡੀ ਪਾ ਨਾ ਸਕਦੇ, ਢਾਡੀ ਪਾ ਨਾ ਸਕਦੇ ਢੱਡਾਂ ਦੇ ਟੁਣਕਾਰੇ। ਜੇ ਨਾ ਪਿੰਜਰੇ ਭੰਨਦਾ ਆਪਣੇ ਤਿੱਖਿਆਂ ਤੀਰਾਂ ਨਾਲ, ਆਪਣੇ ਤਿੱਖਿਆਂ ਤੀਰਾਂ ਨਾਲ ਉਹ ਅੱਜ ਤੱਕ ਪੰਛੀ ਔਰ ਵਿਚਾਰੇ, ਅੱਜ ਤੱਕ ਖੇਤੀ ਹੁੰਦੇ ਪੰਛੀ ਔਰ ਵਿਚਾਰੇ, ਅੱਜ ਤੱਕ ਖੇਤੀ ਹੁੰਦੇ ਪੰਛੀ ਔਰ ਵਿਚਾਰੇ। ਪਿਆਰੇ ਕੀਰਤੀਆਂ ਦੇ ਪੈਗੰਬਰ, ਅਦੁੱਤੀ ਗਾਡੀ ਹਾਰ, ਬਾਣੀ ਦੇ ਭੰਡਾਰ, ਗਿਆਨ ਦੇ ਪ੍ਰਕਾਸ਼, ਸੱਚ ਦੇ ਚੰਦਰਮਾ, ਸੁੱਕ ਚੁੱਕੇ ਸਰੋਵਰਾਂ ਨੂੰ ਨਾਮ ਰੂਪੀ ਜਲ ਦੇ ਨਾਲ ਭਰਨ ਵਾਲੇ, ਗੁਲੇ ਗੁਲਜ਼ਾਰ ਰੋਸ਼ਨੇ ਚਿਰਾਗ, ਖਾਲਸਾ ਪੰਥ ਦੀ ਮੌਜੂਦਾ ਸਰਕਾਰ, ਜ਼ਾਹਰਾ ਜ਼ਹੂਰ, ਗਿਆਨ ਦੇ ਸਾਗਰ, ਚੌਂ ਕੁੰਟਾਂ ਦੇ ਮਾਲਕ, ਸਰਬ ਕਾਇਨਾਤ ਦੇ ਅੰਦਰ ਵਸ ਰਹੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖਸ਼ਣ ਵਾਲੇ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਪਵਿੱਤਰ ਬਖਸ਼ਿਸ਼ ਦਾ ਸਦਕਾ ਆਪ ਸਰਬ ਸੰਗਤ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਹਾਜ਼ਰੀ ਭਰ ਰਹੇ ਹੋ। ਲੋਕ ਗੁਰੂ ਦਰ ਤੇ ਆ ਕੇ ਮੰਗਾਂ ਮੰਗਦੇ ਨੇ, ਆਰਤੀ ਦੀ ਚੌਂਕੀ ਪੜੀ ਗਈ ਹੋਣੀ ਆ ਦਰਬਾਰ ਸਾਹਿਬ ਦੀ ਧਰਤੀ ਦੇ ਉੱਤੇ, ਉਹਦੇ ਵਿੱਚ ਭਗਤ ਧੰਨਾ ਜੀ ਮਹਾਰਾਜ ਦਾ ਸ਼ਬਦ ਪੜਿਆ ਗਿਆ ਹੋਣਾ। ਮਨੁੱਖ ਦੀ ਜ਼ਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਨੇ, ਗੋਪਾਲ ਤੇਰਾ ਆਰਤਾ, ਉੱਥੇ ਆਰਤਾ ਦਾ ਅਰਥ ਹੈ ਮੰਗਤਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘਿਓ, ਮੈਨੂੰ ਦਾਲ ਚਾਹੀਦੀ ਹੈ, ਮੈਨੂੰ ਸੇਧਾ ਚਾਹੀਦਾ, ਮੈਨੂੰ ਘਿਓ ਚਾਹੀਦਾ ਹੈ, ਮੈਨੂੰ ਸੇਧਾ ਨਮਕ ਚਾਹੀਦਾ ਹੈ, ਜਿਹਨੂੰ ਅੱਜ ਕੱਲ ਤੁਸੀਂ ਪਾਕਿਸਤਾਨੀ ਲੂਣ ਕਹਿੰਦੇ ਹੋ। ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰਾਂ ਨਿਤ ਜੀਓ, ਜਿਹੜਾ ਮੇਰੇ ਘਰੇ ਆਵੇ ਇਹ ਮੈਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ, ਪ੍ਰਸ਼ਾਦਾ ਛਕ ਕੇ ਖੁਸ਼ ਹੋ ਕੇ ਜਾਵੇ। ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰਾਂ ਨਿਤ ਜੀਓ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਪੈਰਾਂ 'ਚ ਪਾਉਣ ਵਾਸਤੇ ਵਧੀਆ ਜੋੜਾ ਚਾਹੀਦਾ, ਮੈਨੂੰ ਉਹ ਧਰਤੀ ਦੀ ਕਣਕ ਚਾਹੀਦੀ ਹੈ ਜਿਹੜੀ ਧਰਤੀ ਘੱਟੋ ਘੱਟ 7 ਵਾਰੀ ਵਾਹੀ ਹੋਵੇ। ਅਨਾਜ ਮੰਗੋ ਸਤ ਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਵਧੀਆ ਗਾਂ ਚਾਹੀਦੀ ਹੈ, ਇੱਕ ਵਧੀਆ ਮੱਝ ਚਾਹੀਦੀ ਹੈ, ਇੱਕ ਲਵੇਰੀ ਵਧੀਆ ਗਾਂ ਚਾਹੀਦੀ ਹੈ ਜਿਹੜੀ ਘੱਟੋ ਘੱਟ ਦਿਨ ਦਾ 20 ਲੀਟਰ ਦੁੱਧ ਪਾਉਂਦੀ ਹੋਵੇ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਇੱਕ ਚੰਗੀ ਅਰਬੀ ਘੋੜੀ ਚਾਹੀਦੀ ਹੈ ਜੇ ਮੈਂ ਰਿਸ਼ਤੇਦਾਰੀ ਦੇ ਵਿੱਚ ਜਾਣਾ, ਜਿਵੇਂ ਅੱਜ ਕੱਲ ਅਸੀਂ ਕਾਰਾਂ ਚੁੱਕੀ ਫਿਰਦੇ ਆ, ਮੋਟਰਸਾਈਕਲ ਆ ਸਾਡੇ ਕੋਲ। ਇੱਕ ਤਾਜਨ ਤੁਰੀ ਚੰਗੇਰੀ, ਚੰਗੀ ਅਰਬੀ ਘੋੜੀ ਚਾਹੀਦੀ ਹੈ ਸਫ਼ਰ ਵਾਸਤੇ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਹਨ ਚੰਗੀ, ਜਨ ਧੰਨਾ ਲੈਵਿਆ ਮੰਗੀ। ਮੇਰੇ ਮੁਤਾਬਕ ਤੋਂ ਭਗਤ ਧੰਨਾ ਜੀ ਮਹਾਰਾਜ ਦਾ ਸ਼ਾਇਦ ਆਨੰਦ ਕਾਰਜ ਨਹੀਂ ਹੋਇਆ ਹੋਏਗਾ। ਅੰਤਲੀ ਪੰਕਤੀ 'ਚ ਲਿਖਿਆ ਵੀ ਮੈਨੂੰ ਆਪਣੇ ਵਾਸਤੇ ਜੀਵਨ ਸਾਥਣ ਚਾਹੀਦੀ ਆ, ਵਹੁਟੀ ਚਾਹੀਦੀ ਆ, ਘਰ ਵਾਲੀ ਚਾਹੀਦੀ ਆ ਜਿਹੜਾ ਮੇਰਾ ਸਾਰਾ ਘਰ ਸਾਂਭੇ। ਇਹ ਮਨੁੱਖ ਦੀ ਜ਼ਿੰਦਗੀ ਦੀਆਂ ਲੋੜੀਂਦੀਆਂ ਚੀਜ਼ਾਂ ਨੇ, ਰੋਜ਼ ਮੰਗਦਾ ਮਨੁੱਖ। ਯਾਦ ਰੱਖਿਓ, ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾ ਵਰਤਾਉਣ ਦਾ, ਸਾਨੂੰ ਹੀ ਨਹੀਂ ਤਰੀਕਾ ਹੁੰਦਾ ਝੋਲੀਆਂ ਫਲਾਉਣ ਦਾ। ਦੇਂਦਾ ਦੇ, ਲੈਂਦੇ ਥੱਕ ਪਾਹੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਉਹਦੇ ਭੰਡਾਰੇ ਮੁੱਕਦੇ ਨਹੀਂ। ਐਡਾ ਕਿ ਕੀਰਤੀਮਾਨ ਪ੍ਰਭੂ ਆ, ਜੋ ਕਿਛ ਪਾਇਆ ਸੋ ਏਕਾ ਵਾਰ। ਫਰੂਟੀ ਦੀ ਕੰਪਨੀ ਨੂੰ ਜੇ ਇੱਕ ਦਿਨ ਦੇ ਵਿੱਚ ਲੱਖ ਬੋਤਲਾਂ ਬਣਾਉਂਦੇ ਨੇ ਤੇ ਲੱਖ ਬੋਤਲਾਂ ਖਤਮ ਹੋਣ ਤੋਂ ਬਾਅਦ ਲੱਖ ਦੀ ਦੁਬਾਰਾ ਮੈਨੂਫੈਕਚਰਿੰਗ ਕਰਨੀ ਪੈਂਦੀ ਆ। ਜੇ ਫਰੂਟੀ ਕੰਪਨੀ ਦੀ ਜਿਹੜੀ ਕੋਲਡ ਡਰਿੰਕ ਆ ਨਾ, ਲੱਖ ਬੋਤਲਾਂ ਬਣਾ ਦਿੱਤੀਆਂ
ਤੇ ਲੱਖ ਦੀ ਦੁਬਾਰਾ ਮੈਨੂਫੈਕਚਰਿੰਗ ਕਰਨੀ ਪੈਂਦੀ ਆ। ਇੱਥੇ ਪਤਾ ਨਹੀਂ ਕਿੰਨੇ ਕ ਅੰਬ ਦੇ ਅਚਾਰ ਪਾ ਕੇ ਤੁਰ ਗਏ, ਪਤਾ ਨਹੀਂ ਕਿੰਨਿਆਂ ਕ ਨੇ ਸ਼ੇਕ ਬਣਾ ਲਿਆ, ਪਤਾ ਨਹੀਂ ਕਿੰਨੇ ਕ ਕੱਚੀਆਂ ਅੰਬੀਆਂ ਤੋੜ ਕੇ ਖਾ ਗਏ, ਹਲੇ ਤੱਕ ਅੰਬ ਦੇ ਦਰਖਤ ਹੀ ਨਹੀਂ ਮੁੱਕੇ। ਜੋ ਕੁਝ ਪਾਇਆ ਸੂ ਇੱਕਾ ਵਾਰ, ਦੁਬਾਰਾ ਪ੍ਰੋਡਕਟ ਨਹੀਂ ਲਾਇਆ, ਦੁਬਾਰਾ ਕੰਪਨੀ ਨਹੀਂ ਲਾਈ, ਦੁਬਾਰਾ ਪ੍ਰੋਡਕਟ ਬਣਾਉਣਾ ਨਹੀਂ ਪਿਆ। ਜੋ ਕੁਝ ਪਾਇਆ ਸੂ ਇੱਕਾ ਵਾਰ। ਐਡਾ ਵੱਡਾ ਕੀਰਤੀਮਾਨ ਪ੍ਰਭੂ ਹੈ, ਉਹਦੇ ਦਰ ਦੇ ਉੱਤੇ ਲੋੜੀਂਦੀਆਂ ਚੀਜ਼ਾਂ ਤਾਂ ਮੰਗਣੀਆਂ ਚਾਹੀਦੀਆਂ, ਪਰ ਸਭ ਨੂੰ ਉੱਤਮ ਚੀਜ਼ ਮੰਗਣੀ ਸੀ ਉਹ ਬੰਦਾ ਭੁੱਲ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਕੀ ਮੰਗਣਾ ਸੀ? ਔਰ ਅਰਦਾਸ ਦੇ ਵਿੱਚ ਬਚਨ ਪੜਿਆ ਜਾਣਾ ਦੀਵਾਨ ਦੀ ਸਮਾਪਤੀ ਤੋਂ ਬਾਅਦ, ਦਾਨਾ ਸਿਰ ਦਾਨ ਨਾਮ ਦਾਨ। ਉੱਤਮ ਚੀਜ਼ ਕੀ ਸੀ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਹਰੀ ਦਾ ਜਸ ਮੰਗਣਾ ਸੀ, ਉਹ ਮੰਗਦੇ ਨਹੀਂ ਆ। ਆਓ ਆਪਾਂ ਮੰਗਣ ਦੀ ਕੋਸ਼ਿਸ਼ ਕਰੀਏ। ਜਦੋਂ ਹਰੀ ਜਸ ਮੰਗਾਂਗੇ ਸਾਡੇ ਸਾਰੇ ਰੁਕੇ ਹੋਏ ਕਾਰਜ ਸਤਿਗੁਰੂ ਸੱਚੇ ਪਾਤਸ਼ਾਹ ਅੰਗੀਕਾਰ ਉਹ ਕਰੇ, ਤੇਰਾ ਕਾਰਜ ਸਭ ਸਵਾਰਨਾ, ਆਪੇ ਸਵਾਰ ਦੇਗਾ। ਤੇ ਇਹ ਜਿਹੜਾ ਪ੍ਰਕਰਨ ਹੈ ਹਰੀ ਜਸ ਮੰਗਣ ਦਾ, ਇਹਦੀ ਸ਼ੁਰੂਆਤ ਸਿੱਖਾਂ ਦੇ ਘਰ ਦੇ ਵਿੱਚ ਫਤਿਹ ਤੋਂ ਹੁੰਦੀ ਆ। ਜਦੋਂ ਬੁਲਾਉਨੇ ਆ 2 ਵਾਰ ਵਾਹਿਗੁਰੂ ਦਾ ਜਾਪ ਹੁੰਦਾ, ਸਾਹਮਣੇ ਵਾਲਾ ਜਵਾਬ ਦਿੰਦਾ, 4 ਵਾਰ ਵਾਹਿਗੁਰੂ ਦਾ ਜਾਪ ਹੁੰਦਾ। ਜਿੱਦਣ ਅੰਮ੍ਰਿਤ ਛਕਾਇਆ ਜਾਂਦਾ ਗਿਣ ਕੇ 17 ਵਾਰ ਫਤਿਹ ਬੁਲਾਉਣੀ ਪੈਂਦੀ ਆ, 34 ਵਾਰੀ ਵਾਹਿਗੁਰੂ ਦਾ ਜਾਪ ਹੁੰਦਾ ਹੈ। ਫਤਿਹ ਕੀ ਚੀਜ਼ ਹੈ? ਅਜੀਜ਼ ਦੇ ਬੜੇ ਸੋਹਣੇ ਜਿਹੇ ਬਚਨ ਆ, ਉਹ ਕਹਿੰਦਾ ਫਤਿਹ ਵਿੱਚ ਹੈ ਸਿਮਰਨ ਦੀ ਬਖਸ਼ ਸਾਨੂੰ, ਫਤਿਹ ਵਾਹਿਗੁਰੂ ਵਿੱਚ ਮਨ ਟਿਕਾ ਦੇਵੇ। ਇਹ ਧੁਨ ਹੈ ਗੁਰੂ ਦੇ ਚੇਲੇ ਵਾਲੀ ਬਿਰਤੀ, ਗੁਰੂ ਦੇ ਚਰਨਾਂ ਵਿੱਚ ਲਾ ਦੇਵੇ। ਜਿਹੜੇ ਜਪਦੇ ਨਾ ਫਤਿਹ ਨੂੰ ਮੁਖ ਵਿੱਚੋਂ, ਫਤਿਹ ਜੀਵਨ ਦਾ ਬਲ ਸਿਖਾ ਦੇਵੇ। ਸਾਗਰ ਆ ਸੰਗਤ ਵਿੱਚ ਆਇਆ ਉਹਦਾ ਹੀ ਪ੍ਰਵਾਨ ਹੁੰਦਾ, ਕਿਹਦਾ? ਜਿਹੜਾ ਗੱਜ ਕੇ ਫਤਿਹ ਬੁਲਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਪਹਿਲਾਂ ਧੰਨਵਾਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਮਨੁੱਖਾ ਜਨਮ ਦੇ ਕੇ ਆਪਣੇ ਸਾਨੂੰ ਚਾਰਾਂ ਨੂੰ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ ਹੈ। ਧੰਨਵਾਦ ਗੁਰੂ ਕੀ ਸੰਗਤ ਦਾ, ਜਿਨ੍ਹਾਂ ਨੇ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਥਾ ਸਾਰਾ ਮਾਣ ਤੇ ਪਿਆਰ ਬਖਸ਼ਿਆ ਹੈ। ਧੰਨਵਾਦ ਪੰਜਾਬੀ ਮਾਂ ਬੋਲੀ ਦਾ, ਜਿਨੇ ਆਪਣੀ ਗੋਦੀ 'ਚ ਜਨਮ ਦੇ ਕੇ ਪਾਲ ਪਲੋਸ ਕੇ ਜਵਾਨ ਕਰਕੇ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸਾਡੇ ਜ਼ਿੰਮੇ ਲਾਈ ਹੈ। ਧੰਨਵਾਦ ਪੰਜਾਬਣ ਮਾਂ ਧਰਤੀ ਦਾ, ਜਿਨੇ ਸ਼ਹੀਦਾਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਜਨਮ ਲੈ ਕੇ ਜਵਾਨੀ ਮਾਨਣ ਦਾ, ਤੇ ਗਾਂ ਜੇ ਸਤਿਗੁਰੂ ਨੇ ਸਾਹ ਜਿਉਂਦੇ ਰੱਖੇ ਤੇ ਬਜ਼ੁਰਗੀ ਦੀ ਹਾਲਤ ਤੱਕ ਜੇ ਜਿਉਂਦੇ ਰਹੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਦਿੱਤਾ। ਆਓ ਬੜੇ ਗੌਰ ਨਾਲ ਸੁਣਿਓ। ਏ.ਐਸ. ਦਲੇਰ ਨੇ ਲਿਖੀ ਆ ਗੱਲ, ਕਹਿੰਦਾ ਸਿਰ ਤੇ ਝੌਰ ਝੁਲਦਾ ਇਹਦੇ 5 ਤਖਤਾਂ ਦੀ ਰਾਣੀ, ਦੁਨੀਆ ਦੀਆਂ ਬੋਲੀਆਂ ਦੇ ਵਿੱਚੋਂ ਕੋਈ ਨਾ ਇਸ ਦੀ ਹਾਣੀ, ਸੋਨੇ ਦੀ ਪਾਲਕੀ ਦੇ ਵਿੱਚ ਬੈਠੇ ਸੋਨੇ ਦੇ ਦਰਬਾਰ, ਮਾਤ ਭਾਸ਼ਾ ਪੰਜਾਬੀ ਸਾਡੀ ਕਰੋ ਇਹਦਾ ਸਤਿਕਾਰ। ਨਹੀਂ ਤਾਂ ਉਸਤਾਦ ਦਾਮਨ ਲਿਖ ਗਿਆ, ਕਹਿੰਦਾ ਲਹਿੰਦੇ ਪੰਜਾਬ ਵਾਲਾ, ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ ਚ ਪੜ ਕੇ ਜਵਾਨ ਹੋਇਓ ਤੂੰ ਪੁੱਤਰਾਂ ਨਾਲੇ ਆਪਣੀ ਮਾਂ ਛੱਡ ਦੇ ਤੇ ਨਾਲੇ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੂਕਣਾ ਹੀ ਜਿੱਥੇ ਖੜਾ ਖੜੋਤਾ ਉਥਾ ਛੱਡ ਦੇ। ਮੈਨੂੰ ਤਾਂ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਪਰ ਜੇ ਪੰਜਾਬੀ ਰਹੂਗੀ ਤੇ ਤਾਂ ਤੁਹਾਡੇ ਬੱਚਿਆਂ ਨੂੰ ਪਾਠ ਆਏਗਾ। ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਇਓ। ਆਓ ਤੁਹਾਡੀ ਸੁਰਤ ਲੈ ਕੇ ਚੱਲੇ ਆ 9ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 22 ਧਾਰ ਦੇ ਰਾਜਾਂ ਦੇ ਵਿੱਚੋਂ ਇੱਕ ਰਾਜਾ ਦੀਪ ਚੰਦ ਉਹ ਚੜ੍ਹਾਈ ਕਰ ਗਿਆ। ਰਾਣੀ ਚੰਪਾ ਨੇ ਚਿੱਠੀ ਪਾਈ ਆ ਵੀ ਤੁਹਾਡੇ ਚਰਨਾਂ ਦਾ ਭੌਰਾ ਕਲਬੂਤ ਦੇ ਵਿੱਚੋਂ ਉਡਾਰੀ ਮਾਰ ਗਿਆ। ਸਤਿਗੁਰੂ ਉਹਦੀ 14ਵੀਂ ਤੇ ਪਹੁੰਚੇ, ਹਿੰਦੂ ਧਰਮ 14ਵੀਂ ਮਨਾਉਂਦਾ। ਕਿਰਿਆਕਰਮ ਸਮਾਪਤ ਹੋਇਆ, ਸਤਿਗੁਰੂ ਜਾਣ ਲੱਗੇ। ਰਾਣੀ ਚੰਪਾ ਕਹਿਣ ਲੱਗੀ ਹੁਣ ਤੁਸੀਂ ਕਿੱਥੇ ਜਾਣਾ, ਕਿਹੜੇ ਨਗਰ ਨੂੰ ਭਾਗ ਲਾਉਣਾ। ਯਾਦ ਰੱਖਿਓ ਇਹ ਸ਼ਹਿਰ ਵਸਣ ਤੋਂ ਪਹਿਲਾਂ 2 ਥਾਵਾਂ ਸਿਲੈਕਟ ਹੋ ਚੁੱਕੀਆਂ ਨੇ, ਇੱਕ ਧਮਧਾਨ ਜਿਹੜਾ ਹਰਿਆਣੇ 'ਚ ਜਿੱਥੇ 9ਵੇਂ ਪਾਤਸ਼ਾਹ ਦਾ ਜੋੜਾ ਪਿਆ, ਤੇ ਇੱਕ ਅਸਾਮ ਜਿੱਥੇ ਧੋਬੜੀ ਸਾਹਿਬ ਗੁਰਦੁਆਰਾ ਹੈ। ਬੜੇ ਗੌਰ ਨਾਲ ਸੁਣਿਓ। ਉਹ ਕਹਿਣ ਲੱਗੇ ਰਾਣੀ ਚੰਪਾ ਹੁਣ ਅਸੀਂ ਕਿਸੇ ਸਥਿਰ ਜਗ੍ਹਾ ਤੇ ਰੁਕਣਾ ਹੈ, ਅਸੀਂ ਇੱਕ ਸ਼ਹਿਰ ਵਸਾਉਣਾ ਹੈ। ਰਾਣੀ ਚੰਪਾ ਕਹਿਣ ਲੱਗੀ ਕਿਹੋ ਜਿਹਾ ਸ਼ਹਿਰ ਵਸਾਉਣਾ? ਪਿਆਰਾ ਸਿੰਘ ਪਦਮ ਨੇ ਲਿਖੇ ਨੇ ਉਹ ਬੋਲ, ਕਹਿਣ ਲੱਗੇ ਏਡਾ ਕਰ ਰਮਣੀਕ ਥਾਂ ਹੋਵੇ, ਕੁਦਰਤ ਦੇ ਨਾਲ ਲੱਦਿਆ ਹੋਵੇ, ਜੇ ਕੋਈ ਉੱਥੇ ਭਗਤੀ ਤੇ ਬੰਦਗੀ ਕਰੇ ਉਹਦਾ ਚਿੱਤ ਬੜਾ ਲੱਗੇ। ਇੱਕ ਗੱਲ ਹੋਰ ਰਾਣੀ ਚੰਪਾ ਕਹਿਣ ਲੱਗੇ ਸ਼ਹਿਰ ਬੜੀ ਉੱਚੀ ਥਾਂ ਤੇ ਵਸਾਉਣਾ। ਰਾਣੀ ਚੰਪਾ ਕਹਿਣ ਲੱਗੀ ਜੀ ਕਿਉਂ? ਕਹਿਣ ਲੱਗੇ ਜਿੰਨੀਆਂ ਉਸ ਸ਼ਹਿਰ ਤੇ ਫੌਜਾਂ ਚੜ ਕੇ ਆਉਣਗੀਆਂ ਨਾ, ਦੁਨੀਆ ਦੇ ਹੋਰ ਦੁਬਾਰਾ ਕਿਸੇ ਸ਼ਹਿਰ ਦੇ ਉੱਤੇ ਫੌਜਾਂ ਚੜ ਕੇ ਨਹੀਂ ਆਉਣਗੀਆਂ। ਰਾਣੀ ਚੰਪਾ ਕਹਿਣ ਲੱਗੀ ਫਿਰ ਦਾਤ ਸਾਡੀ ਝੋਲੀ 'ਚ ਪਾ ਦਿਓ। ਬਿਲਾਸਪੁਰ ਰਿਆਸਤ ਨੂੰ ਭਾਗ ਲਾਏ। ਇਤਿਹਾਸਕਾਰਾਂ ਲਿਖਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਗਿਆਨੀ ਗਰਜਾ ਸਿੰਘ ਲਿਖਿਆ 15,000 ਰੁਪਇਆ ਦੇ ਕੇ 4 ਪਿੰਡਾਂ ਦੀ ਜ਼ਮੀਨ ਮਾਖੋਵਾਲ ਦੀ ਥੇਹ ਦੇ ਉੱਤੇ 19 ਜੂਨ 1665 ਨੂੰ
ਬਾਬਾ ਬੁੱਢਾ ਜੀ ਦੇ ਪੜਪੋਤੇ ਬਾਬਾ ਗੁਰਦਿੱਤਾ ਜੀ ਨੇ ਮੋੜੀ ਗੱਡੀ ਹੈ, ਉਹਦਾ ਨਾਂ ਰੱਖਿਆ ਗਿਆ ਚੱਕ ਨਾਨਕੀ, ਜਿਹਨੂੰ ਮੁੜ ਕੇ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ, ਜਿਹਦੀ ਸਿਫਤ ਦੇ ਵਿੱਚ 52 ਹਜ਼ੂਰੀ ਕਵੀਆਂ ਦੇ ਵਿੱਚੋਂ ਮੰਗਲ ਰਾਏ ਉਹ ਕਹਿੰਦਾ ਆਨੰਦ ਦਾ ਬਾਜਾ ਨਿਤ ਵੱਜਦਾ ਆਨੰਦਪੁਰ। ਸੁਣ ਸੁਣ ਸੁਧ ਭੁੱਲਦੀ ਆ ਨਰਨਾਰ ਦੀ, ਭੈ ਪਿਆ ਭੀਖਣ ਨੂੰ ਲੰਕਾਗੜ ਵਸਣੇ ਦਾ, ਫੇਰ ਅਸਵਾਰੀ ਆਵਦੀ ਆ ਮਹਾਬਾਹ ਦੀ, ਬਲ ਛੱਡ ਬਲ ਜਾਏ ਛਪਿਆ ਪਤਾਲ ਵਿੱਚ, ਫਤਿਹ ਦੀ ਨਿਸ਼ਾਨੀ ਜੈ ਦੇ ਦਵਾਰ ਦਰਗਾਹ ਦੀ। ਓਏ ਸਵਣੇ ਨਾ ਦਿੰਦੀ ਸੁਖ ਦੁਜਨਾ ਨੂੰ ਰਾਤ ਦਿਨ, ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ, ਆਨੰਦ ਦਾ ਬਾਜਾ ਨਿਤ ਵੱਜਦਾ ਆਨੰਦਪੁਰ। ਸੁਣ ਸੁਣ ਸੁਧ ਭੁੱਲਦੀ ਆ ਨਰਨਾਰ ਦੀ। ਆ ਤੱਕਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਵਰਤਦਾ ਹੈ, ਇੱਥੇ ਰਾਜੇ ਮਹਾਰਾਜੇ ਮੱਥਾ ਟੇਕਣ ਆਉਂਦੇ ਨੇ। ਇਹਦੇ ਪੂਰੇ ਗਿਣ ਕੇ 17 ਨਾਮ ਆ ਆਨੰਦਪੁਰ ਸਾਹਿਬ ਦੇ। ਆਨੰਦਪੁਰ ਸਾਹਿਬ ਕਿਲਿਆਂ ਦਾ ਸ਼ਹਿਰ, ਅੱਜ ਵੀ ਮਰੇਲ ਕੋਟਲੇ ਦੇ 4 ਦਰਵਾਜ਼ੇ ਆ, ਅੱਜ ਵੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ 12 ਦਰਵਾਜ਼ੇ ਆ। ਅੱਜ ਵੀ ਜਿਹੜੇ ਲੋਕ ਜਾਣਦੇ ਆ ਨਾ, ਪਿੰਡਾਂ ਦੇ ਵਿੱਚ ਦਰਵਾਜ਼ੇ ਬਣਾਏ ਆ। ਦਰਵਾਜ਼ਿਆਂ ਦਾ ਮਤਲਬ ਕੀ ਹੁੰਦਾ ਹੈ? ਦਰਵਾਜ਼ਿਆਂ ਦਾ ਮਤਲਬ ਹੈ ਮਰੇਲ ਕੋਟਲੇ ਵਾਲਿਆਂ ਦੀ ਜੇ ਕਿਤੇ ਅਹਿਮਦਗੜ੍ਹ ਸ਼ਹਿਰ ਵਾਲਿਆਂ ਨਾਲ ਬਣਦੀ ਹੋਈ ਜਾਂ ਲੁਧਿਆਣੇ ਸ਼ਹਿਰ ਵਾਲਿਆਂ ਨਾਲ ਬਣਦੀ ਹੋਈ ਤੇ ਰਾਤ 10 ਵਜੇ ਤੋਂ ਬਾਅਦ ਪੂਰਾ ਮਰੇਲ ਕੋਟਲਾ 4 ਦਰਬਾਰੀ ਦੇ ਵਿੱਚ ਬੰਦ ਹੋ ਜਾਂਦਾ ਹੈ। ਜੇ ਤਾਂ ਕਿਤੇ ਸ਼ਹਿਰ ਦੀ ਸ਼ਹਿਰ ਨਾਲ ਬਣਦੀ ਹੈ, ਸੁਲਾ ਸਫਾਈ ਵਧੀਆ ਹੈ, ਫਿਰ ਤਾਂ ਲੁਧਿਆਣੇ ਵਾਲਿਆਂ ਨੂੰ ਜੇ ਕਿਤੇ ਵਿਪਤਾ ਪੈ ਗਈ ਤੇ ਅਹਿਮਦਗੜ੍ਹ ਵਾਲਿਆਂ ਨੂੰ ਵਿਪਤਾ ਪੈ ਗਈ, ਮਰੇਲ ਕੋਟਲਾ ਰਾਤ ਨੂੰ ਦਰਵਾਜ਼ੇ ਖੋਲ ਦੇਗਾ, ਨਹੀਂ ਤਾਂ ਮਰੇਲ ਕੋਟਲਾ ਦਰਵਾਜ਼ੇ ਨਹੀਂ ਖੋਲੇਗਾ। ਇਧਰ ਤੱਕਿਓ ਅੰਮ੍ਰਿਤਸਰ ਦੇ 12 ਗੇਟ ਆ, 12 ਮਿਸਲਾਂ ਵੇਲੇ ਬਣੇ ਆ। ਮਰੇਲ ਕੋਟਲੇ ਦੇ ਅੱਜ ਵੀ 4 ਦਰਵਾਜ਼ੇ ਆ। ਪਰ ਤੱਕਿਓ ਇੱਕੋ ਇੱਕ ਸ਼ਹਿਰ ਆ ਦੁਨੀਆ ਦੇ ਉੱਤੇ ਜਿਹਦੇ ਆਲੇ ਦੁਆਲੇ 4 ਦੀਵਾਰੀ ਦੀ ਬਾਉਂਡਰੀ ਨਹੀਂ ਮਾਰੀ ਜਾਣੀ, ਜਿਹਦੇ ਆਲੇ ਦੁਆਲੇ ਦਰਵਾਜ਼ਾ ਕੋਈ ਨਹੀਂ ਲਾਇਆ ਜਾਣਾ। ਇਸ ਘਰ ਦੇ ਵਿੱਚ ਰਾਤ ਨੂੰ 2-2:30 ਵਜੇ ਵੀ ਕਿਸੇ ਨੂੰ ਵਿਪਤਾ ਪੈ ਜਾਵੇ, ਇਸ ਦਰ ਤੇ ਆਏਗਾ, ਉਹਦੀ ਮਦਦ ਕੀਤੀ ਜਾਏਗੀ। ਉਹ ਆਨੰਦਪੁਰ ਸਾਹਿਬ ਦਾ ਦਰਬਾਰ, ਜਿਹਦੀ 52 ਕਵੀਆਂ ਦੇ ਵਿੱਚੋਂ ਮੰਗਲ ਰਾਏ ਨੇ ਸਿਫਤ ਲਿਖੀ ਆ ਤੇ ਤੁਸੀਂ ਸੁਣ ਚੁੱਕੇ ਹੋ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬੜੇ ਕੌਤਕ ਵਰਤੇ ਆ। ਆਨੰਦਪੁਰ ਸਾਹਿਬ ਦਾ ਬੜਾ ਵੱਖਰਾ ਇਤਿਹਾਸ ਹੈ, ਆਓ ਬੜੇ ਗੌਰ ਨਾਲ ਸੁਣਿਓ। ਇੱਕ ਦਿਨ ਮਾਤਾ ਜੀਤੋ ਜੀ ਬਿਮਾਰ ਪਏ ਨੇ, ਉਹਨਾਂ ਦੇ ਅੱਖਾਂ ਦੇ ਦੀਦੇ ਨਹੀਂ ਖੁੱਲਦੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਸਾ ਕੀ ਵਾਰ ਦਾ ਭੋਗ ਪਿਆ, ਦੁਪਹਿਰੇ 2:30 ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਛਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਮਾਤਾ ਜੀਤੋ ਜੀ ਦੇ ਕਮਰੇ ਦੇ ਵਿੱਚ ਗਏ ਆ, ਕਦਮਾਂ ਦੀ ਆਹਟ ਸੁਣੀ ਹੈ। ਮਾਤਾ ਜੀਤਾ ਦੇ ਅੱਖਾਂ ਦੇ ਦੀਦੇ ਖੋਲੇ ਆ, ਕਹਿਣ ਲੱਗੀ ਤੁਹਾਨੂੰ ਚੇਤੇ ਕਰਦੀ ਪਈ ਸਾਂ, ਮੈਨੂੰ ਸੁਪਨਾ ਆਉਂਦਾ ਪਿਆ ਸੀ। ਕਹਿਣ ਲੱਗੇ ਕਿਹੋ ਜਿਹਾ ਸੁਪਨਾ? ਕਹਿਣ ਲੱਗੇ ਵੀ ਮੈਨੂੰ ਸੁਪਨਾ ਆਉਂਦਾ ਸੀ ਵੀ ਆਪਣੇ ਬਾਬੇ ਅਜੀਤ ਸਿੰਘ ਦੀ ਬਰਾਤ ਚੜਨ ਲੱਗੀ ਆ, ਉਹਦਾ ਵਿਆਹ ਹੋਣ ਲੱਗਿਆ। ਤੇ ਜਦੋਂ ਮਾਤਾ ਜੀਤੋ ਨੇ ਇੰਨੀ ਗੱਲ ਕਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਜੀਤੋ ਜਿਹੜਾ ਤੈਨੂੰ ਸੁਪਨਾ ਆਇਆ ਨਾ, ਉਸ ਸੁਪਨੇ ਨੂੰ ਮੈਂ ਬੂਰ ਚੜਾ ਕੇ ਆ ਗਿਆ। ਤੈਨੂੰ ਪਤਾ ਹੈ ਮੈਂ ਤੇਰੇ 4 ਪੁੱਤਰਾਂ ਦੀ ਮੰਗਣੀ ਕਰਾ ਕੇ ਆ ਗਿਆ। ਮਾਤਾ ਜੀਤੋ ਅੱਧਾ ਬੁਖਾਰ ਉਤਰ ਗਿਆ, ਉਸ ਤਖਤ ਪੋਸ਼ ਦੇ ਉੱਤੇ ਆਸਣ ਦੇ ਉੱਤੇ ਚੌਂਕੜਾ ਮਾਰ ਲਿਆ। ਹੱਦ ਹੋ ਗਈ, ਨਾਲ ਤੁਹਾਡੇ ਕੌਣ ਗਿਆ? ਅੱਜ ਤੱਕ ਤਾਂ ਤੁਸੀਂ ਮੇਰੇ ਤੋਂ ਕੋਈ ਗੱਲ ਨਾ ਲਕੋਈ, ਤੁਹਾਡੇ ਨਾਲ ਕੌਣ ਗਿਆ? ਮਾਤਾ ਨਾਨਕੀ ਗਈ, ਮਾਤਾ ਗੁਜਰੀ ਗਈ, ਤੁਹਾਡੇ ਨਾਲ ਕੌਣ ਗਿਆ? ਸਿੱਖਾਂ ਚੋਂ ਕੌਣ ਗਿਆ? ਕਿਹੜੇ ਗੁਰਸਿੱਖ ਦੇ ਘਰੇ ਰਿਸ਼ਤਾ ਹੋਇਆ ਜਾਂ ਕਿਹੜੇ ਰਾਜੇ ਮਹਾਰਾਜੇ ਦੇ ਪਰਿਵਾਰ ਦੇ ਵਿੱਚ ਰਿਸ਼ਤਾ ਹੋਇਆ? ਮੇਰੀਆਂ ਇੱਕ ਛੱਡੋ 4 ਨੂੰਹਾਂ ਆਉਣੀਆਂ ਨੇ, ਮੈਨੂੰ ਇੱਕ ਦਾ ਵੀ ਪਤਾ ਕੋਈ ਨਹੀਂ। ਮੇਰੀਆਂ ਨੂੰਹਾਂ ਦੇ ਮੱਥੇ ਕਿਹੋ ਜਿਹੇ ਆ, ਚੌੜੇ ਨੇ ਜਾਂ ਛੋਟੇ ਨੇ, ਭਰਵੱਟੇ ਕਿਹੋ ਜਿਹੇ ਉਹਨਾਂ ਦੇ ਅੱਖ, ਉਹਨਾਂ ਦਾ ਨੈਣ ਨਕਸ਼ ਕਿਹੋ ਜਿਹਾ, ਉਹਨਾਂ ਦਾ ਰੰਗ ਕਿਹੋ ਜਿਹਾ, ਉਹਨਾਂ ਦਾ ਕੱਦ ਕਾਠ ਕਿਹੋ ਜਿਹਾ, ਮੈਨੂੰ ਇੱਕ ਵੀ ਖਬਰ ਨਾ ਦਿੱਤੀ ਤੁਸੀਂ ਅੱਜ ਤੱਕ। ਉਹ ਕਹਿਣ ਲੱਗੇ ਜਿਗਰੋ, ਮਾਤਾ ਜੀਤਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜੀਤੋ ਸੁਣ, ਤੇਰੇ 4 ਪੁੱਤਾਂ ਨੂੰ ਮੈਂ ਮੰਗਣੀ ਕਰਕੇ ਆਇਆ, ਮੈਂ ਤੈਨੂੰ ਦੱਸਣ ਲੱਗਿਆ ਵੀ ਨੂੰਹਾਂ ਕਿਹੋ ਜੀਆਂ ਨੇ ਤੇਰੀਆਂ। ਇੱਕ ਗੱਲ ਹੋਰ ਸੁਣੀ, ਬੁਖਾਰ ਹੈ ਨਾ ਤੈਨੂੰ ਜੀਤਾ, ਪਰ ਇੱਕ ਗੱਲ ਜਿਗਰਾ ਕਰਕੇ ਅੱਜ ਦਿਲ ਦੇ ਉੱਤੇ ਪੱਥਰ ਰੱਖ ਕੇ ਸੁਣੀ। ਲੋਕਾਂ ਦੇ ਪੁੱਤਾਂ ਦੇ ਜਦੋਂ ਵਿਆਹ ਹੁੰਦੇ ਨਾ ਜੀਤੋ, ਉੱਥੇ ਮਹਿੰਦੀ ਮਲੀ ਜਾਂਦੀ, ਬਟਨਾ ਮਿਲਿਆ ਜਾਂਦਾ। ਜਿੱਦਣ ਜੀਤੋ ਤੇਰੇ ਪੁੱਤਰਾਂ ਦਾ ਵਿਆਹ ਹੋਏਗਾ ਨਾ ਮਹਿੰਦੀ ਮਲੀ ਜਾਣੀ ਹੈ, ਨਾ ਬਟਨਾ ਮਲਿਆ ਜਾਣਾ ਹੈ, ਉੱਥੇ ਤਾਂ ਖੂਨ ਦੀ ਹੋਲੀ ਖੇਡੀ ਜਾਣੀ ਹੈ, ਉੱਥੇ ਤਾਂ ਖੂਨ ਦੀ ਮਹਿੰਦੀ ਲੱਗਣੀ ਹੈ। ਇੱਕ ਗੱਲ ਹੋਰ, ਜਿੱਦਣ ਜੀਤੋ ਲੋਕਾਂ ਦੇ ਪੁੱਤਾਂ ਦੀ ਬਰਾਤ ਚੜ੍ਹਦੀ ਹੈ, ਭੈਣਾਂ ਘੋੜੀਆਂ ਗਾਉਂਦੀਆਂ ਨੇ, ਭੈਣਾਂ ਸਿਹਰਾ ਬੰਨਦੀਆਂ ਨੇ, ਕਲੰਗੀ ਲਾਉਂਦੀਆਂ ਨੇ, ਤੇ ਨਾਲ ਅੱਖਾਂ 'ਚ ਸੁਰਮਾ ਪਾਇਆ ਜਾਂਦਾ ਹੈ। ਜਿੱਦਣ ਤੇਰੇ ਪੁੱਤਾਂ ਦੀ ਬਰਾਤ ਚੜ੍ਹਨੀ ਹੈ, ਦੁਨੀਆ ਦੇ ਪੁੱਤਾਂ ਦੀ ਬਰਾਤ ਚੜ੍ਹਦੀ ਹੈ, ਲੋਕ ਡੀਜੇ ਖੜਕਾਉਂਦੇ ਨੇ, ਲੋਕ ਢੋਲ ਧਮੱਕੇ ਖੜਕਾਉਂਦੇ ਨੇ, ਲੋਕ ਢੋਲਕੀਆਂ ਖੜਕਾਉਂਦੇ ਨੇ। ਤੇਰੇ ਪੁੱਤਾਂ ਦੀ ਜਿੱਦਣ ਬਰਾਤ ਚੜ੍ਹਨੀ ਹੈ ਨਾ ਜੀਤੋ, ਉਦਣ ਕੋਈ ਢੋਲਕੀ ਨਹੀਂ ਵੱਜਣੀ, ਕੋਈ ਢੋਲ ਨਹੀਂ ਵੱਜਣਾ, ਕੋਈ ਬਾਜਾ ਗਾਜਾ ਨਹੀਂ ਵੱਜਣਾ, ਉੱਥੇ ਤੋਪਾਂ ਦੇ ਹੋਣੇ ਫੈਰ, ਉੱਥੇ ਤੀਰ ਕਮਾਨ ਚੱਲਣੇ ਆ। ਲੈ ਜੀਤੋ ਜਿਗਰਾ ਕਰਕੇ ਸੁਣੀ, ਤੂੰ ਆਪਣੀਆਂ ਨੂੰਹਾਂ ਦਾ ਪਤਾ ਪੁੱਛਦੀ ਆ ਨਾ, ਤੇਰੀਆਂ ਨੂੰਹਾਂ ਕਿਹੋ ਜੀਆਂ ਹੋਣਗੀਆਂ। ਆ ਲੈ ਸੁਣ ਜੀਤੋ, ਜਿਗਰਾ ਕਰੀ, ਕਾਬਲੇ ਗੌਰ ਅੰਦਾਜ਼, ਕਾਬਲੇ ਗੌਰ ਰਚਨਾ, ਲੁਧਿਆਣੇ ਵਾਲਿਆਂ ਦਾ ਢਾਡੀ ਜੱਥਾ। ਜੀਤੋ ਤੇਰੇ 4 ਪੁੱਤਰਾਂ ਦੀਆਂ
ਹੋ ਗਈਆਂ ਮੰਗਣੀਆਂ। ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ, ਜੀਤੋ ਤੇਰੇ ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਸਾਹਿਬਜ਼ਾਦਿਆਂ ਦੇ ਉਹ ਵਿੱਚ ਪਲਾਂ ਦੇ ਮਿੱਥੀਆਂ ਹੋਈਆਂ, ਵਿੱਚ ਪਲਾਂ ਦੇ ਮਿੱਥੀਆਂ ਹੋਈਆਂ ਘੜੀਆਂ ਲੰਘਣੀਆਂ। ਜੀਤੋ ਤੇਰੇ ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ, ਜੀਤੋ ਤੇਰੇ ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਬਹੁਤ ਸੋਹਣੀਆਂ ਧਰਮਰਾਜ ਦੀਆਂ ਪਰੀਆਂ ਸੁਣੀਆਂ ਐ, ਉੱਥੋਂ ਤੇਰੇ ਲਾਡਲਿਆਂ ਲਈ ਵੋਟੀਆਂ ਚੁਣੀਆਂ ਐ, ਉੱਥੋਂ ਤੇਰੇ ਲਾਡਲਿਆਂ ਲਈ ਵੋਟੀਆਂ ਚੁਣੀਆਂ ਐ। ਕਾਲੀਆਂ ਰਾਤਾਂ ਵਾਂਗੀ ਉਹਨਾਂ ਦੀਆਂ, ਕਾਲੀਆਂ ਰਾਤਾਂ ਵਾਂਗੀ ਉਹਨਾਂ ਦੀਆਂ ਜ਼ੁਲਫਾਂ ਸੰਘਣੀਆਂ। ਜੀਤੋ ਤੇਰੇ ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ, ਜੀਤੋ ਤੇਰੇ ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ।
ਅਨੋਖਾ ਤੇਰਿਆਂ ਬਾਲਾਂ ਦਾ। ਗੁੱਟਾਂ ਦੇ ਵਿੱਚ ਮੌਤ ਦੀਆਂ, ਗੁੱਟਾਂ ਦੇ ਵਿੱਚ ਮੌਤ ਦੀਆਂ ਪਹਿਨਾਉਣੀਆਂ ਕੰਗਣੀਆਂ। ਜੀਤੋ ਤੇਰੇ 'ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਜੀਤੋ ਤੇਰੇ 'ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਸਰਸਾ ਕੱਢਿਓ ਇਕੱਠੀਆਂ ਤੋਂ ਬਰਾਤਾਂ ਤੁਰਨਗੀਆਂ। ਘਰ ਘਰ ਦੇ ਵਿੱਚ ਇਸ ਵਿਆਹ ਦੀਆਂ ਬਾਤਾਂ ਤੁਰਨਗੀਆਂ। ਘਰ ਘਰ ਦੇ ਵਿੱਚ ਇਸ ਵਿਆਹ ਦੀਆਂ ਬਾਤਾਂ ਤੁਰਨਗੀਆਂ। ਰਾਹਾਂ ਦੇ ਵਿੱਚ ਸਿਰਾਂ ਧੜਾਂ ਦੀਆਂ, ਰਾਹਾਂ ਦੇ ਵਿੱਚ ਸਿਰਾਂ ਧੜਾਂ ਦੀਆਂ ਲੜੀਆਂ ਟੁੱਟਣੀਆਂ। ਜੀਤੋ ਤੇਰੇ 'ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਜੀਤੋ ਤੇਰੇ 'ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਜੀਤੋ ਤੇਰੇ 'ਚੋਂ ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਜੀਤੋ ਤੇਰੇ 4 ਪੁੱਤਰਾਂ ਦੀਆਂ ਹੋ ਗਈਆਂ ਮੰਗਣੀਆਂ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਵਿਆਹ ਇੱਕ ਦਿਨ ਸਾਰਿਆਂ ਦਾ ਹੋਣਾ ਹੈ। ਸਭਨਾ ਸਾਹੁਰੇ ਵੰਜਨਾ ਸਭ ਮੁਕਲਾਵਣ ਹਾਰ। ਇੱਥੇ ਜਿੰਨੀਆਂ ਕੁ ਜੀਵ ਇਸਤਰੀਆਂ ਨੇ ਨਾ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਪਾਈ। ਆ ਧਰਤੀ ਪੇਕਾ ਘਰ ਹੈ ਸਾਰੀਆਂ ਜੀਵ ਇਸਤਰੀਆਂ ਦਾ। ਇੱਕ ਦਿਨ ਸਾਰਿਆਂ ਨੇ ਸਹੁਰੇ ਪਰਿਵਾਰ 'ਚ ਜਾਣਾ ਹੈ। ਸਹੁਰੇ ਘਰ ਦੇ ਵਿੱਚ ਉਸ ਨੂੰਹ ਦਾ ਮਾਣ ਹੁੰਦਾ ਜਿਹਨੂੰ ਉਹਦੇ ਮਾਪਿਓ ਨੇ ਕੁਝ ਸਿਖਾ ਕੇ ਭੇਜਿਆ ਹੋਵੇ। ਇਸਲਾਮ ਦੇ ਵਿੱਚ ਨਾ ਇੱਕ ਰੂਲ ਹੈ, ਜਦੋਂ ਸ਼ੌਹਰ ਚਲਿਆ ਜਾਂਦਾ ਨਾ ਘਰੋਂ ਬਾਹਰ, ਸ਼ਾਮ ਨੂੰ ਵਾਪਸ ਆਵੇ, 15 ਦਿਨੀ ਵਾਪਸ ਆਵੇ। ਬੱਚੇ ਪੁੱਛਦੇ, ਨਾਲੇ ਬੇਗਮ ਪੁੱਛਦੇ ਵੀ ਮੀਆਂ ਜੀ ਕਿਆ ਲੈ ਕੇ ਆਈ, ਫਲ ਫਰੂਟ। ਜੇ ਸ਼ਾਮ ਨੂੰ ਵਾਪਸ ਆਵੇ, ਜੇ 15 ਦਿਨੀ ਵਾਪਸ ਆਵੇ, ਵੱਧ ਪੁੱਛਦੇ ਆ ਮੀਆਂ ਜੀ ਕਿਆ ਲੈ ਕੇ ਆਏ। ਜਿੱਦਣ ਆਪਾਂ ਜਾਣਾ ਨਾ ਧਰਤੀ ਤੋਂ, ਉਹਨੇ ਪੁੱਛਣਾ ਵੀ ਮੀਆਂ ਜੀ ਕਿਆ ਲੈ ਕੇ ਆਏ। ਫਿਰ ਉਹ ਉੱਥੇ ਲੇਖਾ ਜੋਖਾ ਹੋਣਾ ਹੈ। ਸਭਨਾ ਸਾਹੁਰੇ ਵੰਜਣਾ ਸਭ ਮੁਕਲਾਵਣ ਹਾਰ। ਵਿਆਹ ਤੇਰੇ 4 ਪੁੱਤਾਂ ਦਾ ਧਰ ਦਿੱਤਾ ਹੈ। ਲਾੜੀ ਮੌਤ ਨਾਲ ਵਿਆਹ ਕੇ ਆ ਗਿਆ ਮੈਂ ਤੇਰੇ ਪੁੱਤ। ਲੋਕਾਂ ਦੇ ਵਿਆਹਾਂ ਦੇ ਪੁੱਤਾਂ ਦੇ ਵਿੱਚ ਢੋਲ ਧਮੱਕੇ ਵੱਜਦੇ। ਤੇਰੇ ਪੁੱਤਰਾਂ ਦੀ ਜਦੋਂ ਬਰਾਤ ਚੜਨੀ ਨਾ ਜੀਤੋ, ਉੱਥੇ ਤੋਪਾਂ ਦੇ ਫੈਰ ਹੋਣ, ਉੱਥੇ ਤੀਰ ਕਮਾਨ ਚੱਲਣੇ ਆ, ਉੱਥੇ ਬਿਗਲ ਵੱਜਣਗੇ, ਉੱਥੇ ਨਰਸਿੰਗੇ ਵੱਜਣਗੇ, ਉੱਥੇ ਢੋਲ ਧਮੱਕਾ ਨਹੀਂ ਵੱਜਣਾ। ਬੜੇ ਗੌਰ ਨਾਲ ਸੁਣਿਓ, ਮੈਂ ਬਾਤ ਪਾਉਂਦਾ ਜਾਵਾਂਗਾ, ਤੁਸੀਂ ਹੁੰਗਾਰਾ ਭਰਦੇ ਜਾਇਓ। ਆ ਜਿਹੜਾ ਇਤਿਹਾਸ ਦਾ ਤੁਸੀਂ ਮਾਣ ਰੱਖਦੇ ਪਿਓ ਨਾ, ਇਸ ਮਾਨ ਸਨਮਾਨ ਦੇ ਅਸੀਂ ਕਾਬਲ ਨਹੀਂ। ਸੰਤ ਤੁਰੇ ਜਾਂਦੇ ਨੂੰ ਰਾਜ ਕੋਈ 10 ਰੁਪਏ ਨਾ ਦਵੇ। ਇਹ ਗੁਰੂ ਗ੍ਰੰਥ ਸਾਹਿਬ ਮਰ ਤੇ ਆਪ ਸਰਬ ਸੰਗਤ ਦਾ ਪਿਆਰ ਆ। ਆਓ ਬੜੇ ਗੌਰ ਨਾਲ ਸੁਣਿਓ। ਔਰ ਬੜੀ ਵੱਡੀ ਬਾਤ ਹੈ, ਉਸ ਦਰਬਾਰ ਦੇ ਵਿੱਚ ਬੈਠਿਓ ਜਿਹੜਾ 1946 ਦਾ ਦਰਬਾਰ ਹੈ ਇਹ, ਤੇ 2022 ਚੜ ਗਿਆ ਅੱਜ ਦੇ ਦਿਨ। ਤੁਸੀਂ ਉਵੇਂ ਹੀ ਸਾਂਭ ਕੇ ਰੱਖਿਆ। ਗੁਰੂ ਸੱਚੇ ਪਾਤਸ਼ਾਹ ਸ਼ਾਹਪੁਰ ਚੌਲੀਆਂ ਪਿੰਡ ਜਿਹੜਾ 38 ਸੈਕਟਰ ਬਣ ਗਿਆ, ਉਹਦੀ ਸਾਰੀ ਸੰਗਤ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਗੁਰਮਤਿ ਦੀ ਪ੍ਰੀਤ ਬਾਣੀ ਬਾਣੀ ਦਾ ਪਿਆਰ ਬਖਸ਼ੇ। ਬੜੇ ਗੌਰ ਨਾਲ ਸੁਣਿਓ। ਵਿਆਹ ਮੰਗਣੀ ਹੋ ਜਾਵੇ ਨਾ, ਵਿਆਹ ਛੇਤੀ ਆ ਜਾਂਦਾ ਹੈ। ਵਿਆਹ ਵਾਲੇ ਕਾਲੇ ਪੈ ਜਾਂਦੇ ਆ। ਵਿਆਹ ਵਾਲੇ ਕਾਲੇ ਪੈ ਗਏ ਸਾਧ ਸੰਗਤ, ਨੇੜੇ ਆਉਂਦਾ ਜਾਂਦਾ ਵਿਆਹ। ਆ ਜਿਹੜੇ ਦਿਨ ਨਿਕਲ ਕੇ ਗਏ ਆ, ਵਿਆਹ ਤੋਂ ਪਹਿਲਾਂ ਕੁਝ ਕੁ ਸ਼ਗਨ ਹੁੰਦੇ ਨੇ। ਕਦੇ ਮਾਮਾ ਧੀਆਂ ਭੈਣਾਂ ਉਸ ਘਰੇ ਢੋਲਕੀ ਖੜਕਾਉਂਦੀਆਂ ਨੇ, ਕਦੇ ਬਟਨਾ ਮਲਿਆ ਜਾਂਦਾ, ਕਦੇ ਕਿਸੇ ਦਾ ਕਿਸੇ ਧਾਰਮਿਕ ਰਿਵਾਜ ਦੇ ਅੰਦਰ, ਕਿਸੇ ਦੀ ਸੰਸਕ੍ਰਿਤੀ ਦੇ ਅੰਦਰ ਕੋਈ ਸ਼ਗਨ ਹੁੰਦਾ ਹੈ। ਐਵੇਂ ਹੀ ਹਾਕਮ ਦੀ ਨੀਤ ਫਿੱਟ ਗਈ, ਉਹਨੇ ਕੁਝ ਸ਼ਗਨ ਕੀਤੇ ਆ। ਉਹਨਾਂ ਸ਼ਗਨਾਂ ਦੇ ਵਿੱਚੋਂ ਇੱਕ ਸ਼ਗਨ ਦੱਸਣ ਲੱਗੇ ਆ। ਜਿੱਦਣ ਭੰਗਾਣੀ ਦੀ ਜੰਗ ਹੋਈ ਨਾ, ਸੋਮ ਨਦੀ ਦੇ ਕੰਢੇ ਹਿਮਾਚਲ ਪ੍ਰਦੇਸ਼ ਸਟੇਟ ਦੇ ਵਿੱਚ, ਤੇ 22 ਧਾਰ ਦੇ ਰਾਜੇ, 22 ਮੁੱਖ ਮੰਤਰੀ ਸੀ ਉਹ ਆਪਣੀ ਆਪਣੀ ਸਟੇਟ ਦੇ। 22 ਸਾਲਾਂ ਦੀ ਉਮਰ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ, ਤੇ 22 ਮੁੱਖ ਮੰਤਰੀ ਰਹੇ। ਮੈਂ ਕੁਝ ਕੁ ਸਮਾਂ ਲੈਣਾ, 22 ਦਾ ਅੰਕੜਾ ਬੋਲਣ ਲੱਗਿਆ। 22 ਸਾਲ ਦੀ ਉਮਰ ਸਤਿਗੁਰੂ ਨੇ 22 ਮੁੱਖ ਮੰਤਰੀ ਹਰਾਏ।
22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰੀਆਂ ਗਿਣ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ। ਇੱਥੇ ਬਸ ਨਹੀਂ, ਜਿੱਦਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਲ ਹੱਥ ਹੋ ਗਿਆ, 8ਵੇਂ ਪਾਤਸ਼ਾਹ ਨੇ ਕੀਤਾ, ਬਾਬੇ ਬਕਾਲੇ ਦੀ ਧਰਤੀ ਤੇ ਨਕਲੀ ਗੁਰੂ ਬਣ ਕੇ ਬਹਿ ਗਏ। ਉਹਨਾਂ ਦੀ ਗਿਣਤੀ 22। ਗੁਰੂ ਹਰਿਰਾਏ ਸਾਹਿਬ 2200 ਘੋੜ ਸਵਾਰ ਰੱਖਦੇ ਸੀ। ਇੱਥੇ ਬਸ ਨਹੀਂ, ਭਾਈ ਤਾਰਾ ਸਿੰਘ ਡੱਲਵਾ ਦੀ ਜੰਗ ਹੋਈ, 22 ਜਣਿਆਂ ਦੀ 2200 ਨਾਲ ਟੱਕਰ ਹੋਈ। ਇੱਥੇ ਬਸ ਨਹੀਂ, ਕਰਤਾਰ ਸਿੰਘ ਝੱਬਰ ਜਿਹੜਾ ਜੱਥਾ ਲੈ ਕੇ ਚਾਬੀਆਂ ਲੈ ਕੇ ਆਇਆ ਨਨਕਾਣਾ ਸਾਹਿਬ ਦੀਆਂ, ਉਹ ਜੱਥੇ ਦੀ ਗਿਣਤੀ ਪੂਰੀ 2200। ਇੱਥੇ ਬਸ ਨਹੀਂ, ਜਿੱਦਣ ਚਮਕੌਰ ਦੀ ਗੜੀ ਚ ਨੇ ਨਾ ਸਤਿਗੁਰੂ, ਉਦਣ 22 ਦਸੰਬਰ ਹੈ। ਅੱਜ ਕੋਈ ਜਨਮ ਦਿਨ ਮਨਾਉਂਦਾ ਕੇਕ ਕੱਟ ਕੇ, ਅੱਜ ਕੋਈ ਜਨਮ ਦਿਨ ਮਨਾਉਂਦਾ ਰਾਤ ਨੂੰ 1:30 2 ਵਜੇ ਤੱਕ ਜਾ ਕੇ ਪੱਬਾਂ ਕਲੱਬਾਂ ਦੇ ਵਿੱਚ, ਅੱਜ ਕੋਈ ਜਨਮ ਦਿਨ ਮਨਾਉਂਦਾ ਨਾਈਟ ਪਾਰਟੀਆਂ ਕਰਕੇ, ਅੱਜ ਕੋਈ ਜਨਮ ਦਿਨ ਮਨਾਉਂਦਾ ਮੂੰਹ ਦੇ ਉੱਤੇ ਕੇਕ ਮਲ ਕੇ। ਖਾਣ ਦੀ ਚੀਜ਼ ਮੂੰਹ ਤੇ ਮਲੀ ਜਾਂਦੀ ਹੈ, ਲੋਕਾਂ ਨੂੰ ਅਕਲ ਭੁੱਲ ਗਈ ਸਮਾਜ ਦਿਆਂ ਨੂੰ। ਪੂਰੇ ਵਰਲਡ ਦੀ ਗੱਲ ਕਰਦਾ, ਕੱਲੀ ਪੰਜਾਬੀਆਂ ਦੀ ਨਹੀਂ। ਖਾਣ ਦੀਆਂ ਚੀਜ਼ਾਂ ਲੋਕੀ ਇੱਕ ਦੂਜੇ ਦੇ ਮੂੰਹ ਤੇ ਮਲਦੇ ਫਿਰਦੇ ਆ, ਲੋਕਾਂ ਨੂੰ ਅਕਲ ਭੁੱਲ ਗਈ ਖਾਣ ਦੀ। ਆ ਤੱਕਿਓ, ਇਸੇ ਕਰਕੇ ਸਤਿਗੁਰੂ ਨੇ ਪੰਗਤ ਤੇ ਸੰਗਤ ਦੀ ਮਰਿਆਦਾ ਦਿੱਤੀ ਸੀ ਵੀ ਸੱਜਣਾ ਬਹਿ ਕੇ ਛਕੀ। ਆ ਮਰਿਆਦਾ ਨਹੀਂ ਇੱਕ ਦੂਜੇ ਦੇ ਮੂੰਹ ਤੇ ਕੇਕ ਮਲਣਾ। ਅੱਜ ਕੋਈ ਜਨਮ ਦਿਨ ਮਨਾਉਂਦਾ ਮੂੰਹ ਤੇ ਕੇਕ ਮਲ ਕੇ। ਤੱਕਿਓ, 22 ਦਸੰਬਰ ਵਾਲੇ ਦਿਨ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ 42ਵਾਂ ਜਨਮ ਦਿਨ ਮਨਾਉਣਾ। ਆਪਣੇ ਜਿਗਰ ਦੇ ਟੋਟੇ ਕਟਾ ਕੇ ਕੋਈ ਮਨਾ ਕੇ ਦਿਖਾ ਕੇ ਗਿਆ ਹੋਵੇ ਤੇ ਮੈਨੂੰ ਦੱਸਿਓ ਜੀ। ਆਪਣੇ ਜਿਗਰ ਦੇ ਟੋਟੇ ਕਟਾ ਕੇ 42ਵਾਂ ਜਨਮ ਦਿਨ ਮਨਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ। 22 ਧਾਰ ਦੇ ਰਾਜੇ ਸਤਿਗੁਰੂ ਕੋ 22 ਸਾਲ ਦੀ ਉਮਰ ਝਾਰ ਗਏ। ਇੱਕ ਗੱਲ ਹੋਰ ਕਹਿ ਚੱਲਿਆ, ਗੁਰੂ ਘਰ ਦਾ ਢਾਡੀਆਂ ਸੱਚ ਕਹਿਣ ਦਾਦੀਆਂ। ਦੁਬਾਰਾ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਪਿਆਰ ਪਾਵੇ, ਨਹੀਂ ਤਾਂ ਮੇਲ ਨਹੀਂ ਹੋਇਆ ਕਰਦਾ ਰੂਹਾਂ ਦਾ। 22 ਸਾਲ ਦੀ ਉਮਰ, 22 ਮੁੱਖ ਮੰਤਰੀ ਹਰਾਏ ਸਤਿਗੁਰੂ ਸੱਚੇ ਪਾਤਸ਼ਾਹ ਨੇ। ਆ ਸਾਡੇ ਕੋ ਗਿਣਤੀ ਦੇ 2-3 ਹੀ ਨਹੀਂ ਹਰਾ ਹੁੰਦੇ ਜਿਹੜੇ ਬਦਲ ਬਦਲ ਕੇ ਕੁਰਸੀ ਤੇ ਬਹਿੰਦੇ ਆ। ਆਓ ਬੜੇ ਗੌਰ ਨਾਲ ਸੁਣਿਓ, 22 ਧਾਰ ਦੇ ਰਾਜੇ ਹਾਰ ਗਏ। ਜਾਣ ਲੱਗੇ ਸਤਿਗੁਰੂ ਕਹਿੰਦੇ ਨਾ ਤੁਹਾਡੀ ਜ਼ਮੀਨ ਤੇ ਪੋਟਾ ਕਬਜ਼ਾ ਮਾਰਾ, ਨਾ ਤੁਹਾਡੀਆਂ ਜ਼ਮੀਨਾਂ ਦੱਬਾ, ਨਾ ਤੁਹਾਡੇ ਖਜ਼ਾਨੇ ਨੂੰ ਹੱਥ ਪਾਵਾਂ। ਜਿਨ੍ਹਾਂ ਨੂੰ ਅੱਜ ਤੱਕ ਤੁਸੀਂ ਚੂਰੇ ਚਮਾੜ ਰੰਗੜ ਮਰਾਸੀ ਪਤਾ ਨਹੀਂ ਕਿਹੜੇ ਨਾਮਾਂ ਨਾਲ ਬੁਲਾਉਂਦੇ ਰਹੇ ਨਾ, ਉਹਨਾਂ ਯੁੱਧ ਜਿੱਤਿਆ ਭੰਗਾਣੀ ਦਾ ਘਰੇ ਜਾ ਕੇ ਚੱਪਣੀ ਚ ਮੁੜ ਕੇ ਆ ਵਿਆਹ ਧਰਿਆ। ਸਾਧ ਸੰਗਤ ਨੀਤ ਫਿੱਟ ਗਈ, ਵਿਆਹ ਨੇੜੇ ਆਉਂਦਾ ਜਾਂਦਾ ਹੈ। ਵਿਆਹ ਦੇ ਵਿੱਚੋਂ ਬੜਾ ਕੀਮਤੀ ਹੈ। 4 ਸਾਹਿਬਜ਼ਾਦੇ ਕਿਤਾਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ 24 ਨੰਬਰ ਪੇਜ ਦੇ ਉੱਤੇ 13 ਨੰਬਰ ਪੇਜ ਦੇ ਉੱਤੇ ਖਿਮਾ ਕਰਕੇ ਗੱਲ ਲਿਖੀ ਹੈ। ਉਹਦੇ 13 ਨੰਬਰ ਪੇਜ ਤੇ ਇੱਕ ਗੱਲ ਲਿਖੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਆਨੰਦਪੁਰ ਦੇ ਦਰਬਾਰ ਦੇ ਵਿੱਚ ਬੜੇ ਕੀਮਤੀਆਂ ਭੇਟਾਵਾਂ ਚੜ੍ਹਦੀਆਂ ਨੇ, ਖਿਡੌਣੇ ਵੀ ਚੜ੍ਹਦੇ ਸਨ। ਤੇ ਇੱਕ ਵਾਰ ਆਨੰਦਪੁਰ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਖਿਡੌਣਾ ਚੜਿਆ। ਉਹ ਖਿਡੌਣਾ ਅਸਲੀ ਚਾਬੀ ਦੇਣ ਤੇ ਨਾ ਅਸਲੀ ਭੇਟਾਵਾਂ ਚੜ੍ਹਦੀਆਂ ਨੇ, ਖਿਡੌਣੇ ਵੀ ਚੜ੍ਹਦੇ ਸਨ। ਤੇ ਇੱਕ ਵਾਰ ਆਨੰਦਪੁਰ ਸਾਹਿਬ ਦੇ ਦਰਬਾਰ ਦੇ ਵਿੱਚ ਇੱਕ ਖਿਡੌਣਾ ਚੜਿਆ। ਉਹ ਖਿਡੌਣਾ ਅਸਲੀ ਚਾਬੀ ਦੇਣ ਤੇ ਨਾ ਅਸਲੀ ਉਹ ਦੋਵੇਂ ਭਰਾਵਾਂ ਦੀ ਬਹਾਦਰੀ
ਦੁਨੀਆ ਦੇ ਵਿੱਚ ਜੱਗ ਜ਼ਾਹਰ ਹੋ ਗਈ। ਤੇ ਇਧਰਲੇ ਪਾਸੇ ਪੂਰੇ ਆਨੰਦਪੁਰ ਸਾਹਿਬ ਦੇ ਅੰਦਰ ਸਤਿਗੁਰੂ ਦੇ ਜਿਉਂਦਿਆਂ ਦੀ 7 ਵਾਰੀ ਹਮਲਾ ਹੋ ਗਿਆ। ਬਾਰ-ਬਾਰ ਹਮਲੇ ਕਰਦੇ ਰਹੇ। 22 ਧਾਰ ਦੇ ਰਾਜੇ ਐਕਟੀ ਪੂਰਾ ਡੈਪੂਟੇਸ਼ਨ ਸੱਦ ਕੇ ਸਮੇਂ ਦੀ ਸਰਕਾਰ ਨੂੰ ਵਿੱਚ ਪਾ ਕੇ ਆ ਤੱਕਿਓ ਸਨ 1704 ਨੂੰ ਮਈ ਦੇ ਵਿੱਚ ਆ ਘੇਰ ਲਿਆ ਆਨੰਦਪੁਰ ਸਾਹਿਬ ਦਾ ਕਿਲਾ। ਤੇ ਆ 1704 ਦੇ ਵਿੱਚ ਆ ਜਿਹੜੇ ਪੋ ਨਿਕਲ ਕੇ ਗਏ ਦਸੰਬਰ ਦੇ ਮਹੀਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਲਾ ਛੱਡਿਆ। ਕਿਲਾ ਛੱਡਣ ਤੋਂ ਬਾਅਦ ਗਿਣਤੀ ਦੇ 50 ਤੇ 60 ਜਾਣਿਆਂ ਨੇ ਸਰਸਾ ਪਾਰ ਕੀਤੀ ਹੈ। ਉਹਨਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਰੇ ਦੇ ਘਰੇ ਸ਼ਹੀਦੀ ਪ੍ਰਾਪਤ ਕਰ ਗਿਆ। ਭਾਈ ਬੱਗਾ ਸਿੰਘ ਤੇ ਭਾਈ ਗਰਸਾ ਸਿੰਘ ਗੁਹੂਣੀਆਂ ਨੇ ਉਹਦਾ ਸੰਸਕਾਰ ਕੀਤਾ। ਤੇ ਇਧਰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੇ ਘਰੇ ਪਹੁੰਚੇ ਆ। ਰਾਤ ਨੂੰ ਉੱਥੇ ਦੁੱਧ ਪਾਣੀ ਛਕਿਆ। ਸਵੇਰੇ ਪਤਾ ਲੱਗਿਆ ਮਾਤਾ ਗੁਜਰ ਕੌਰ ਇਤਿਹਾਸਕਾਰਾਂ ਅਨੁਸਾਰ ਘੋੜੇ ਦੇ ਉੱਤੇ ਤੇ ਇੱਕ ਘੋੜਾ ਉਹਨਾਂ ਕੋਲ ਹੋਰ ਹੈ। ਸਾਹਿਬਜ਼ਾਦੇ ਘੋੜੇ ਦੇ ਆ। ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਨਗਰ ਪੈ ਗਈ ਗੰਗੂ ਦੀ। ਉਹ ਆਪਣੇ ਪਿੰਡ ਸਹੇੜੀ ਲੈ ਗਿਆ। ਸਹੇੜੀ ਪਿੰਡ ਦੇ ਵਿੱਚ ਰਾਤ ਨੂੰ ਉਹਨੇ ਪ੍ਰਸ਼ਾਦਾ ਛਕਾਇਆ, ਕੰਬਲ ਦਿੱਤੇ, ਰਜਾਈ ਦਿੱਤੀ। ਮਾਤਾ ਜੀ ਕੋਲ ਇੱਕ ਸੋਨਾ ਦੇ ਮੋਹਰਾਂ ਦੀ ਥੈਲੀ ਸੀ। ਤੇ ਜਦੋਂ ਉਹਨੇ ਰਾਤ ਨੂੰ ਸੇਵਾ ਕੀਤੀ ਮਾਤਾ ਜੀ ਨੇ ਇੱਕ ਮੋਹਰ ਕੱਢ ਕੇ ਦੇ ਦਿੱਤੀ। ਉਹਦੀ ਥੈਲੀ ਦੇ ਉੱਤੇ ਆਖਾ ਗਈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਰੋਲ ਘਟੋਲਾ ਮਾਇਆ ਧਾਰੀ ਬਣ ਗਿਆ। ਆ ਤੱਕਿਓ ਸਾਧ ਸੰਗਤ ਇਹ ਗੁਰੂ ਘਰ ਦਾ ਰਸੋਈਆ ਇਹਨੇ ਜਿਉਂਦੇ ਜੀ ਮਰ ਜਾਣਾ। ਤੇ ਇੱਕ ਵਜੀਦ ਖਾਨ ਦੇ ਘਰ ਦਾ ਰਸੋਈਆ ਉਹਨੇ ਮਰ ਕੇ ਵੀ ਧਰਤੀ ਤੇ ਜਿਉ ਕੇ ਦਿਖਾਉਣਾ। ਆਪ ਸੁਣਿਓ ਬੜੇ ਗੌਰ ਦੇ ਨਾਲ। ਤੇ ਜਦੋਂ ਸਵੇਰੇ ਉਹ ਥੈਲੀ ਚੋਰੀ ਹੋ ਗਈ ਮਾਤਾ ਗੁਜਰੀ ਕਹਿਣ ਲੱਗੀ ਪੁੱਤ ਗੰਗੂ ਵੇ ਮਾਇਆ ਚਾਹੀਦੀ ਸੀ ਮੂੰਹਾਂ ਬੋਲ ਦਿੰਦਾ ਦੇ ਦਿੰਦੇ। ਕਹਿੰਦਾ ਹੱਦ ਹੋ ਗਈ। ਨਾਲੇ ਸਰਕਾਰ ਤੁਹਾਡੇ ਪਿੱਛੇ ਲੱਗੀ ਫਿਰਦੀ ਆ, ਉਧਰੋਂ ਅਸੀਂ ਤੁਹਾਡੀ ਹੈਲਪ ਕਰੀਏ ਮਦਦ ਕਰੀਏ ਤੇ ਸਾਡੇ ਤੇ ਚੋਰੀ ਦੇ ਇਲਜ਼ਾਮ ਲਾਉਨੇ ਹੋ। ਮਾਇਆ ਧਾਰੀ ਅਤ ਅੰਨਾ ਬੋਲਾ ਅੰਨਾ ਤੇ ਬੋਲਾ ਗੰਗੂ ਬ੍ਰਾਹਮਣ ਜਾ ਕੇ ਮਰਿੰਡੇ ਕੋਤਵਾਲ ਦੇ ਵਿੱਚ ਮਿਲਿਆ। ਜਾ ਕੇ ਜਾਨੀ ਖਾ ਤੇ ਮਾਨੀ ਖਾ ਅੱਜ ਕੈਦ ਕਰਨ ਆਏ ਨੇ। ਮਾਮਾ ਧੀਆਂ ਭੈਣਾਂ ਤੇ ਗੱਲਾਂ ਕਰਦੀਆਂ ਨੇ। ਆ ਕੂਲੇ ਕੂਲੇ ਬਾਲ ਫੁੱਲਾਂ ਤੋਂ ਸੋਹਣੇ ਚਿਹਰੇ ਸੂਰਜ ਤੇ ਚੰਨ ਵੀ ਜਿਨ੍ਹਾਂ ਨੂੰ ਤੱਕ ਕੇ ਸ਼ਰਮਾ ਜਾਂਦਾ ਹੈ। ਇਹ ਕਿਹਦਾ ਲਾਲ ਨੇ? ਭੈਣਾਂ ਤੇ ਧੀਆਂ ਜਵਾਬ ਦਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਨੇ। ਜਾਨੀ ਖਾ ਤੇ ਮਾਨੀ ਖਾ ਅੱਜ ਫੜ ਕੇ ਲੈ ਕੇ ਗਏ। ਉਹ ਸ਼ਾਹੀ ਕੈਦੀਆਂ ਵਾਂਗੂ ਮਰਿੰਡੇ ਦੀ ਕੋਤਵਾਲ ਦੇ ਵਿੱਚ ਰੱਖਿਆ। ਉਹ ਤੋਂ ਬਾਅਦ ਇਨਾਮ ਵੱਧ ਪ੍ਰਾਪਤ ਕਰਨਾ ਨਾ ਮਾਇਆ ਧਾਰੀ ਅੰਨਾ ਬੋਲਾ। ਗੰਗੂ ਨੇ ਰਿਪੋਰਟ ਦਿੱਤੀ ਹੈ ਕਿਹਨੂੰ? ਸੂਬਾ ਸਰਹੰਦ ਵਜ਼ੀਰ ਖਾਨ ਨੂੰ। ਸਰਹੰਦ ਜਿਹਦਾ ਅਸਲੀ ਨਾਮ ਮਿਰਜ਼ਾ ਅਸਖਾਰੀ ਖਾਨ ਹੈ, ਜਿਹਦਾ ਸਮਰਕੰਦ ਦੇ ਵਿੱਚ 1635 ਨੂੰ ਜਨਮ ਹੋਇਆ, ਜਿਹੜਾ ਖਿਜਰ ਖਾਨ ਤੇ ਅਮੀਨਾ ਬੇਗ ਦਾ ਸ਼ਹਿਜ਼ਾਦਾ ਹੈ, ਜਿਹੜਾ 20 ਸਾਲ ਦੀ ਉਮਰ ਦੇ ਵਿੱਚ ਟੌਪ ਦਾ ਸਿਪਾਹੀ ਹੈ। ਤੇ ਘੱਟੋ ਘੱਟ ਸੁਣਿਓ ਇਹਨੂੰ 1360 ਦੇ ਵਿੱਚ ਸਰਹੰਦ ਸ਼ਹਿਰ ਨੂੰ ਫਿਰੋਜ਼ ਸ਼ਾਹ ਤੁਗਲਕ ਨੇ ਡਿਵੈਲਪ ਕੀਤਾ। ਇਹਨੂੰ ਸ਼ੇਰਾਂ ਦਾ ਜੰਗਲ ਕਿਹਾ ਜਾਂਦਾ ਹੈ। ਇਹਨੂੰ ਸਿਰ ਹਿੰਦ ਇਹਨੂੰ ਹਿੰਦੁਸਤਾਨ ਦਾ ਸਿਰ ਕਿਹਾ ਜਾਂਦਾ ਹੈ। ਐਵੇਂ ਨਹੀਂ ਵਜ਼ੀਰ ਖਾਨ ਔਰੰਗਜ਼ੇਬ ਮੂਰੇ ਚੌੜਾ ਹੁੰਦਾ ਫਿਰਦਾ ਸੀ। ਕੋਈ ਗੱਲ ਸੀ? ਜਮਨਾ ਤੋਂ ਲੈ ਕੇ ਬਿਆਸ ਤੱਕ ਸਰਹੰਦ ਹੈ। ਬਿਆਸ ਤੱਕ ਸਰਹੰਦ ਹੈ। ਐਡਾ ਵੱਡਾ ਸਰਹੰਦ ਸੀ, ਅੱਜ ਵਾਲਾ ਸਰਹੰਦ ਨਹੀਂ। ਜਮਨਾ ਤੋਂ ਲੈ ਕੇ ਬਿਆਸ ਤੱਕ ਸਰਹੰਦ ਹੈ। ਹੁਣ ਵੀ ਮੌਜੂਦਾ 545 ਪਿੰਡਾਂ ਦੀਆਂ 429 ਪੰਚਾਇਤਾਂ ਨੇ ਸਰਹੰਦ ਦੀਆਂ। ਜਿਹੜਾ ਹੁਣ ਸਰਹੰਦ ਹੈ 545 ਪਿੰਡਾਂ ਦੀਆਂ 429 ਪੰਚਾਇਤਾਂ ਨੇ। ਅਕਬਰ ਵੇਲੇ 32 ਪਰਗਾਣਿਆਂ ਦੀ ਸਰਕਾਰ ਬਣੀ ਹੈ। 50 ਲੱਖ ਰੁਪਇਆ ਸਾਲ ਦੀ ਆਮਦਨ ਹੈ। ਨਕਲੀ ਚਿੱਠੀਆਂ ਤੇ ਸਾਈਨ ਹੁੰਦੇ ਰਹੇ। ਇਹਨੂੰ ਔਰੰਗਜ਼ੇਬ ਦੇ ਸਾਈਨ ਕਰਨੇ ਆਉਂਦੇ ਆ। ਇਹਨੂੰ ਪਤਾ ਜੇ ਗੁਰੂ ਗੋਬਿੰਦ ਨਾਲ ਹੱਥ ਆਇਆ, ਗੁਰੂ ਗੋਬਿੰਦ ਦੇ ਸਾਹਿਬਜ਼ਾਦੇ ਹੱਥ ਆ ਗਏ। ਅੱਜ ਜਾਨੀ ਖਾ ਤੇ ਮਾਨੀ ਖਾ ਫੇਰ ਦੁਬਾਰਾ ਸ਼ਾਹੀ ਕੈਦੀਆਂ ਵਾਂਗੂ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਲੈ ਕੇ ਆਏ ਆ। ਕਾਜੀ ਤੇ ਸਿਪਾਹੀਆਂ ਨੇ ਫਤਵਾ ਸੁਣਾਇਆ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ। ਸਾਧ ਸੰਗਤ 8 ਬੁਰਜ ਸਨ। 8 ਬੁਰਜਾਂ ਦੇ ਵਿੱਚੋਂ ਸਭ ਤੋਂ ਉੱਚਾ ਬੁਰਜ ਹੈ ਠੰਡਾ ਬੁਰਜ। 140 ਫੁੱਟ ਉੱਚਾ ਸੀ ਠੰਡਾ ਬੁਰਜ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ਦੇ 64 ਨੰਬਰ ਪੇਜ ਦੇ ਉੱਤੇ ਲਿਖੀ ਹੈ ਗੱਲ। 140 ਫੁੱਟ ਉੱਚਾ ਠੰਡਾ ਬੁਰਜ ਜਿੱਥੇ ਮਾਂ ਗੁਜਰੀ ਤੇ ਸਾਹਿਬਜ਼ਾਦੇ ਕੈਦ ਕੀਤੇ ਗਏ। 25 ਦਸੰਬਰ ਵਾਲੇ ਦਿਨ ਅੱਜ ਪਹਿਲੇ ਦਿਨ ਪੇਸ਼ੀ ਪਈ ਹੈ। ਤੇ ਪੇਸ਼ੀ ਦੇ ਵਿੱਚ ਵਜ਼ੀਰ ਖਾਨ ਸੁੱਚਾ ਨੰਦ ਸਾਹਮਣੇ ਖੜਾ। ਸਾਹਿਬਜ਼ਾਦਿਆਂ ਜਾ ਕੇ ਫਤਿਹ ਬੁਲਾਈ ਹੈ। ਫਤਿਹ ਬੁਲਾਉਣ ਦਾ ਉੱਥੇ ਜਵਾਬ ਨਾ ਦਿੱਤਾ। ਸੁੱਚਾ ਨੰਦ ਹੱਸ ਕੇ ਕਹਿੰਦਾ ਲੈ ਜਿੱਥੇ ਤੁਸੀਂ ਆ ਕੇ ਫਤਿਹ ਬੁਲਾਈ ਹੈ ਤੁਹਾਡੀ ਫਤਿਹ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਹੈ। ਸਾਧ ਸੰਗਤ ਅੱਜ ਸਿੱਖਾਂ ਦੇ ਪੁੱਤਰ ਤੇ ਧੀਆਂ ਹੈਲੋ ਹਾਏ ਤੇ ਡੁੱਲੇ ਫਿਰਦੇ ਆ। ਅੱਜ ਚੈਟਿੰਗ ਤੇ ਡੁੱਲੇ ਫਿਰਦੇ ਆ। ਫਤਿਹ ਬੁਲਾਉਣੀ ਭੁੱਲ ਗਏ ਸਿੱਖਾਂ ਦੇ ਪੁੱਤ ਤੇ ਧੀਆਂ। ਸਾਹਿਬਜ਼ਾਦੇ ਉੱਥੇ ਜਾ ਕੇ ਫਤਿਹ ਬੁਲਾਈ ਜਿੱਥੇ ਜਾ ਕੇ ਫਤਿਹ ਬੁਲਾਉਣ ਵਾਲਾ ਕੋਈ ਨਹੀਂ। ਪਹਿਲੇ ਦਿਨ ਕਚਹਿਰੀ ਸਜੀ ਹੈ। ਪਹਿਲੇ ਦਿਨ ਕਚਹਿਰੀ ਦੇ ਵਿੱਚ ਕਹਿੰਦਾ
ਸੁੰਦਰਤਾ ਦੇਖ ਕੇ ਕਹਿੰਦਾ ਮੈਂ ਤੁਹਾਨੂੰ ਛੱਡ ਦਿਆਂਗਾ, ਇੱਕ ਵਾਰ ਮੂੰਹ ਤੋਂ ਕਹਿ ਦੋ ਸਿੱਖ ਨਹੀਂ। ਤੁਸੀਂ ਬੜੇ ਸੋਹਣੇ ਹੋ, ਮੈਂ ਤੁਹਾਨੂੰ ਬੇਗਮਾਂ ਦਵਾਂਗਾ, ਮੈਂ ਤੁਹਾਨੂੰ ਹੂਰ ਪਰੀਆਂ ਦਵਾਂਗਾ, ਤੁਹਾਡੇ ਵਿਆਹ ਕਰਾਏ ਜਾਣਗੇ, ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਸ਼ਾਨੋ ਸ਼ੌਕਤ ਦਿੱਤੀਆਂ ਜਾਣਗੀਆਂ। ਉਹ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪੋਤੇ ਸੂਬਾ ਸਰਹੰਦ ਵਜ਼ੀਰ ਖਾਨ ਮਿਰਜ਼ਾ ਅਸਕਾਰੀ ਖਾਨ ਨੂੰ ਕਹਿੰਦੇ ਤੂੰ ਆਪਣੀ ਕਾਰਵਾਈ ਸ਼ੁਰੂ ਕਰ। ਜਿਸ ਕੰਮ ਦੇ ਉੱਤੇ ਤੂੰ ਆਇਆ ਹੋਇਆ ਨਾ, ਜਿਹੜੀ ਅੜੀ ਤੇ ਤੂੰ ਆਇਆ ਹੋਇਆ, ਸਾਨੂੰ ਪਤਾ ਹੈ, ਤੂੰ ਉਸ ਅੜੀ ਨੂੰ ਪਗਾਉਣ ਦੀਆਂ ਰਮਜਾਂ ਕਰ। ਅੱਜ ਪਹਿਲਾ ਦਿਨ ਹੈ, ਪਹਿਲੇ ਦਿਨ ਪੇਸ਼ੀ ਦੇ ਵਿੱਚ ਜੋ ਸਵਾਲ ਜਵਾਬ ਹੋਇਆ, ਉਹ ਸਵਾਲ ਜਵਾਬ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਠੋਕਵੇਂ ਜਵਾਬ ਦਿੱਤੇ ਆ। ਵਾਪਸ ਮੁੜ ਗਏ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ, ਕੋਈ ਮਖਮਲੀ ਗੱਦਾ ਨਹੀਂ, ਕੋਈ ਵਿਛਾਉਣਾ ਕੋਲ ਨਹੀਂ। ਤੇ ਪਤਾ ਲੱਗਿਆ ਸੂਬਰਾ ਸਰਹੰਦ ਵਜ਼ੀਰ ਖਾਨ ਦੇ ਘਰ ਦਾ ਰਸੋਈਆ ਮੋਤੀ ਰਾਮ ਮਹਿਰਾ, ਉਹਨੇ ਆਪਣੀ ਜ਼ਿੰਦਗੀ ਦੀ ਸਾਰੀ ਦੌਲਤ ਸਿਪਾਹੀਆਂ ਨੂੰ ਦੇ ਕੇ ਤੇ ਲੈ ਕੇ ਨਾਲ 3 ਗਲਾਸ ਤੇ ਗੜਬਾ ਦੁੱਧ ਪਿਲਾਉਣ ਚੜਿਆ। ਸਾਧ ਸੰਗਤ ਠੰਡੇ ਬੁਰਜ ਦੇ ਪਿੱਛੇ ਪਿੱਪਲ ਸੀ, ਉੱਥੋਂ ਚੜਿਆ ਜਾਂਦਾ ਸੀ ਠੰਡੇ ਬੁਰਜ ਦੇ ਉੱਤੇ, ਪੌੜੀਆਂ ਚੜ ਕੇ ਪਿੱਪਲ ਤੇ ਚੜ ਕੇ ਫੇਰ ਠੰਡੇ ਬੁਰਜ ਤੇ ਚੜਿਆ ਜਾਂਦਾ ਸੀ। ਕਦਮਾਂ ਦੀ ਆਹਟ ਸੁਣੀ ਪੌੜੀਆਂ ਦੇ ਕੋਲ, ਮਾਂ ਗੁਜਰੀ ਕਹਿੰਦੀ, ਕਹਿਣ ਲੱਗੀ ਕੌਣ? ਕਹਿਣ ਲੱਗਿਆ ਜੀ ਮੈਂ ਮੋਤੀ ਰਾਮ ਮਹਿਰਾ, ਇਸ ਮਹਿਲ ਦਾ ਰਸੋਈਆ। ਕਹਿਣ ਲੱਗੀ ਕੀ ਕਰਨ ਆਇਆ ਵੇ ਮੋਤੀ? ਕਹਿਣ ਲੱਗਾ ਜੀ ਮੈਂ ਦੁੱਧ ਲੈ ਕੇ ਆਇਆ। ਕਹਿਣ ਲੱਗੀ ਕਮਲਾ ਹੋ ਗਿਆ, ਹਾਕਮ ਨੇ ਕਾਨੂੰਨ ਲਾਗੂ ਕੀਤਾ, ਸਾਨੂੰ ਤਾਂ ਪਾਣੀ ਨਹੀਂ ਪਿਲਾਉਣਾ, ਤੂੰ ਦੁੱਧ ਪਿਲਾਉਣ ਆਇਆ। ਬੜੀ ਜਿੱਦ ਕੀਤੀ, ਮਾਂ ਆਖਿਆ ਬੁਰਜ ਤੋਂ ਠੰਡੇ ਬੁਰਜ ਤੋਂ ਮਾਂ ਜਿਹੜੀ ਵੀ ਅਸੀਸ ਦਿੰਦੀ ਹੈ ਨਾ, ਅੱਜ ਵੀ ਮਾਂ ਗੁਜਰੀ ਕਿਸੇ ਨੂੰ ਠੰਡੇ ਬੁਰਜ ਤੋਂ ਅਸੀਸ ਦੇ ਦੇਵੇ ਤੇ ਹੋ ਨਹੀਂ ਸਕਦਾ ਵੀ ਪੁੱਗੇ ਨਾ, ਪੂਰੀ ਨਾ ਹੋਵੇ। ਮਾਂ ਨੇ ਅਸੀਸ ਦਿੱਤੀ, ਕਹਿੰਦੀ ਪੁੱਤ ਵੇ ਮੁੜ ਜਾ, ਹਾਲ ਦੁਹਾਈ ਵੇ ਮੋਤੀ, ਜੇ ਤੂੰ ਦੁੱਧ ਪਿਲਾਏਗਾ ਨਾ, ਜਿੰਨਾ ਤੇ ਦੁੱਧ ਪਿਲਾਉਣਾ ਉਹਨਾਂ ਤੇਰਾ ਨਾ ਖੂਨ ਡੋਲਣਾ। ਮੋਤੀ ਰਾਮ ਮਹਿਰਾ ਨਹੀਂ ਮੰਨਿਆ, ਉਹ ਦੁੱਧ ਪਿਲਾਉਂਦਾ ਪੂਰੇ 3 ਦਿਨ ਤੇ ਪੂਰੇ 3 ਦਿਨਾਂ ਤੋਂ ਬਾਅਦ ਸਾਹਿਬਜ਼ਾਦੇ ਦੀ ਸ਼ਹੀਦੀ ਤੋਂ ਬਾਅਦ ਜਦੋਂ ਮੋਤੀ ਰਾਮ ਮਹਿਰੇ ਨੂੰ ਸ਼ਹੀਦ ਕਰ ਲੱਗੇ ਨਾ, ਉਹਦਾ 17 ਸਾਲਾਂ ਦਾ ਪੁੱਤ ਭਾਈ ਨਰੈਣਾ, ਜਦੋਂ ਉਹਦਾ ਕੋਲੂ ਦੇ ਵਿੱਚ ਸਿਰ ਗਿਆ, ਪਟਾਕਾ ਪਿਆ ਸਿਰ ਦਾ, ਵਿੱਚੋਂ ਆਂਦਰਾਂ ਨਿਕਲੀਆਂ, ਖੂਨ ਡੁੱਲਿਆ। ਜਦੋਂ ਪੇਟ ਦਾ ਪਟਾਕਾ ਪਿਆ ਸਾਧ ਸੰਗਤ, ਆਂਦਰਾਂ ਨਿਕਲੀਆਂ ਢਿੱਡ ਦੀਆਂ, ਤੇ ਜਦੋਂ ਖੂਨ ਨਿਕਲਿਆ ਤੇ ਖੂਨ ਨੂੰ ਦੇਖ ਕੇ ਜਿੱਥੋਂ ਵਗਿਆ ਨਾ, ਮੋਤੀ ਰਾਮ ਮਹਿਰਾ ਅੱਖਾਂ ਦੇ ਵਿੱਚ ਹੰਝੂ ਆ ਗਏ। ਵਜ਼ੀਰ ਖਾਨ ਕਹਿੰਦਾ ਕਿਹਾ ਸੀ ਨਾ ਵੀ ਪਾਣੀ ਨਹੀਂ ਪਿਲਾਉਣਾ, ਤੇ ਤਾਂ ਦੁੱਧ ਪਿਲਾਇਆ। ਉਹ ਕਹਿੰਦਾ ਕਮਲਿਆ ਤੈਨੂੰ ਕੀ ਪਤਾ ਖੁਸ਼ੀ ਦੇ ਹੰਝੂ ਆ? ਕਹਿੰਦਾ ਹੱਦ ਹੋ ਗਈ ਓਏ, ਨਾ ਗੁਰੂ ਗੋਬਿੰਦ ਸਿੰਘ ਹੱਥ ਆਵੇ, ਨਾ ਸਾਹਿਬਜ਼ਾਦੇ ਮੰਨਣ, ਵੱਡੇ ਵੀ ਸ਼ਹੀਦ ਹੋ ਗਏ, ਕਿਹੜੀ ਮਿੱਟੀ ਦਾ ਬਣਾ ਗਿਆ ਤੁਹਾਨੂੰ? ਹੱਦ ਹੋ ਗਈ, ਤੇਰੇ ਪੁੱਤ ਦਾ ਖੂਨ ਡੁੱਲ ਗਿਆ, ਤੇਰੇ ਪੁੱਤ ਦੇ ਸਰੀਰ ਦੀਆਂ ਮਿੱਧ ਡੁੱਲੀ ਪਈ ਆ, ਆਂਦਰਾਂ ਡੁੱਲੀਆਂ ਪਈਆਂ ਨੇ, ਉਹਦੀਆਂ ਅੱਖਾਂ ਪੀੜੀਆਂ ਗਈਆਂ, ਤੇ ਤੂੰ ਕਹੀ ਜਾਂਦਾ ਖੁਸ਼ੀ ਦੇ ਹੰਝੂ ਆ। ਕਹਿੰਦਾ ਮਾਂ ਨੇ ਅਸੀਸ ਦਿੱਤੀ ਸੀ ਬੁਰਜ ਤੋਂ ਕਿ ਜਿੰਨਾ ਤੂੰ ਦੁੱਧ ਪਿਲਾਏਗਾ ਨਾ, ਉਹਨਾਂ ਤੇਰਾ ਖੂਨ ਡੋਲਣਾ। ਤੇ ਸੱਚੀ ਗੱਲ ਆ, ਮਾਂ ਦੀ ਅਸੀਸ ਪੂਰੀ ਹੋ ਗਈ। ਲੋਕੀ ਡੈਰੀਆਂ ਪਾਉਣਗੇ ਦੁੱਧ ਦੀਆਂ, ਕਿਸੇ ਦਾ 100 ਰੁਪਏ ਕਿਲੋ ਵਿਕੂਗਾ, ਕਿਸੇ ਦਾ 200 ਰੁਪਏ ਕਿਲੋ ਵਿਕੂਗਾ, ਕਿਸੇ ਦਾ 500 ਰੁਪਏ ਕਿਲੋ ਵਿਕੂਗਾ, ਪਰ ਜਿੱਡਾ ਮਹਿੰਗਾ ਦੁੱਧ ਵਜ਼ੀਰ ਖਾਨ ਮੈਂ ਪਿਲਾ ਕੇ ਚੱਲਿਆ ਨਾ, ਦੁਨੀਆ ਦੇ ਕਿਸੇ ਬੰਦੇ ਕੋ ਨਹੀਂ ਪਿਲਾ ਹੋਣਾ। ਮੈਂ ਆਪਣੇ ਸਾਰੇ ਪਰਿਵਾਰ ਦਾ ਖੂਨ ਡੋਲ ਕੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾ ਕੇ ਚੱਲਿਆ। ਸਾਧ ਸੰਗਤ ਦੂਜੇ ਦਿਨ ਕਚਹਿਰੀ ਸਜੀ, ਕਚਹਿਰੀ ਦੇ ਵਿੱਚ ਸਜਣ ਤੋਂ ਪਹਿਲਾਂ ਖਾਫੀ ਖਾ ਅੰਦਰ ਬੈਠਾ ਹੈ, ਦਾਬਿਸਤਾਨ ਮਜਾਇਬ ਦਾ ਕਰਤਾ। ਉਹ ਕਹਿੰਦਾ ਮੈਂ ਅੰਦਰ ਸੀ, ਇਹਨਾਂ ਨੇ ਸਲਾਮ ਨਹੀਂ ਕਰਨੀ, ਪੂਰਾ ਵੱਡਾ ਗੇਟ ਬੰਦ ਕਰ ਦਿਓ, ਛੋਟੀ ਤਾਕੀ ਖੋਲ ਦਿਓ। ਤੇ ਜਦੋਂ ਜਾਣ ਲੱਗੇ, ਬਾਬੇ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਦੀ ਅੱਖ ਪੈ ਗਈ। ਬਾਬਾ ਜੋਰਾਵਰ ਸਿੰਘ ਬਾਬੇ ਫਤਿਹ ਸਿੰਘ ਨੂੰ ਕਹਿੰਦਾ ਕਿਵੇਂ ਜਾਣਾ? ਕਹਿੰਦਾ ਜਿਵੇਂ ਪੜਦਾਦਾ ਗੁਰੂ ਅਰਜਨ ਦੇਵ ਮਰ ਗਏ। ਕਹਿੰਦਾ ਕਿਵੇਂ ਜਾਣਾ? ਕਹਿੰਦਾ ਜਿਵੇਂ ਦਾਦਾ ਗੁਰਤੇਗ ਬਹਾਦਰ ਸਾਹਿਬ ਮਰ ਗਏ। ਕਹਿੰਦਾ ਕਿਵੇਂ ਜਾਣਾ? ਜਿਵੇਂ ਗੁਰੂ ਹਰਿਰਾਏ ਸਾਹਿਬ ਜਾਂਦੇ ਰਹੇ। ਕਿਵੇਂ ਜਾਣਾ? ਕਹਿੰਦੇ ਜਿਵੇਂ ਪਿਤਾ ਜੀ ਮੈਦਾਨੇ ਜੰਗ ਦੇ ਵਿੱਚ ਜਾਂਦੇ ਆ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਟਾਕੀ ਦੇ ਵਿੱਚੋਂ ਦੋਨਾਂ ਨੇ ਜੁੱਤੀ ਬਾਹਰ ਕੱਢੀ ਆ, ਆਪਣੀ ਲੱਤ ਅੰਦਰ ਕੀਤੀ ਆ ਤੇ ਐ ਕਰਕੇ ਜੁੱਤੀ ਹਲਾਈ ਆ। ਸੁੱਚਾਨੰਦ ਕਹਿੰਦਾ ਬੜੇ ਚਲਾਕ ਓਏ, ਤੁਸੀਂ ਫੇਰ ਸਲਾਮ ਨਹੀਂ ਕੀਤੀ। ਕਹਿੰਦਾ ਸੁੱਚਾਨੰਦ ਤੈਨੂੰ ਸਮਝ ਨਹੀਂ ਆਈ ਬਾਬਾ ਫਤਿਹ ਸਿੰਘ, ਅਸੀਂ ਤੁਹਾਡੇ ਮੂਹਰੇ ਜੁੱਤੀਆਂ ਕਰਤੀਆਂ, ਮਤਲਬ ਪਤਾ ਕੀ ਆ? ਤੈਨੂੰ ਜੁੱਤੀ ਦੇ ਬਰਾਬਰ ਨਹੀਂ ਜਾਣਦੇ, ਤੂੰ ਗੱਲਾਂ ਕਿਹੜੀਆਂ ਕਰਦਾ ਹੈ? ਅਸੀਂ ਤਾਂ ਜੁੱਤੀ ਦੇ ਮੂਹਰੇ ਲਾਈ ਫਿਰਦੇ ਆ ਸਮੇਂ ਦੀ ਸਰਕਾਰ। ਇਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਬੋਲ ਨੇ ਕਿ ਖਾਲਸਾ ਆਪਣੀ ਜੁੱਤੀ ਦੇ ਮੂਹਰੇ ਲਾਉਂਦਾ ਸਰਕਾਰ, ਸਰਕਾਰਾਂ ਨੂੰ ਟਿੱਚ ਨਹੀਂ ਜਾਣਦਾ ਖਾਲਸਾ। ਗੁਰੂ ਗੋਬਿੰਦ ਦੇ ਪੁੱਤ ਸਰਕਾਰਾਂ ਨੂੰ ਟਿੱਚ ਨਹੀਂ ਜਾਣਦੇ। ਸਮੇਂ ਦੀਆਂ ਸਰਕਾਰਾਂ ਦੀਆਂ ਦੌਲਤਾਂ ਸ਼ੌਹਰਤਾਂ ਖਾਲਸੇ ਦੇ ਪੈਰਾਂ 'ਚ ਰੋਲਦੀਆਂ ਫਿਰਦੀਆਂ ਨੇ। ਇਹਦੇ ਅਸਲੀ ਅਰਥ ਇਹ ਅੱਜ ਕਚਹਿਰੀ ਸਜੀ ਤੇ ਵਜ਼ੀਰ ਖਾਨ ਕਹਿੰਦਾ ਜੇ ਛੱਡ ਦਈਏ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜਵਾਬ ਦਿੰਦੇ ਆ। ਕਹਿੰਦੇ ਜੇ ਛੱਡ ਦੇਗਾ ਸਿੰਘ ਇਕੱਠੇ ਕਰਾਂਗੇ ਤੇ ਤੇਰੇ ਨਾਲ ਜੰਗ ਲੜਾਂਗੇ, ਜੇ ਛੱਡ ਦੋਗੇ ਜੇ ਹਾਰ ਗਏ ਦੁਬਾਰਾ ਸਿੰਘ ਇਕੱਠੇ ਕਰਾਂਗੇ ਤੇਰੇ ਨਾਲ ਜੰਗ ਲੜਾਂਗੇ। ਉਹ ਕਹਿਣ ਲੱਗਾ ਸੁਣੋ, ਤੁਹਾਡਾ ਬਾਪ ਵੀ ਫੜ ਲੈਣਾ, ਤੁਹਾਡੇ ਵੱਡੇ ਸਾਹਿਬਜ਼ਾਦੇ ਵੀ ਫੜ ਲੈਣੇ, ਤੁਹਾਡਾ ਪਰਿਵਾਰ ਵੀ ਫੜ ਲੈਣਾ,
ਤੇ ਬਾਬਾ ਫਤਿਹ ਸਿੰਘ ਗੱਜ ਕੇ ਬੋਲਿਆ, ਕਹਿੰਦਾ ਸੁਣ ਓਏ ਤੁਸੀਂ ਮਾਰਿਆ ਰੱਜ ਕੇ ਝੂਠ, ਝੂਠ ਚਿੱਟਾ ਸਾਡੇ ਬਾਪ ਨੂੰ ਕਾਲ ਨਹੀਂ ਪਹੁ ਸਕਦਾ, ਸਿੰਘਾਂ ਵਿੱਚੋਂ ਰਿਹਾ ਨਾ ਕੋਈ ਜੀ ਬਾਕੀ, ਇਹ ਵੀ ਕਦੇ ਨਹੀਂ ਹੋ ਸਕਦਾ। ਸੂਬੇ ਗੁਰੂ ਗੋਬਿੰਦ ਸਿੰਘ ਮਰਦੀ ਧੌਣ ਨੂੰ ਹੱਥ ਪਾਉਣ ਦੀ ਤਾਂ ਦੂਰ ਦੀ ਗੱਲ ਆ, ਤੂੰ ਪਿਤਾ ਗੁਰੂ ਗੋਬਿੰਦ ਸਿੰਘ ਦੀ ਉਂਗਲੀ ਨਹੀਂ ਛੋਹ ਸਕਦਾ। ਕਿਹੜੀਆਂ ਗੱਲਾਂ ਕਰਦਾ ਤੂੰ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਰਦੀ ਉਂਗਲੀ ਵੀ ਤੇਰੇ ਹੱਥ 'ਚ ਆ ਸਕਦੀ। ਤੂੰ ਬਹੁਤ ਕੀ ਪੁੱਛਣਾ ਚਾਹੁੰਦਾ ਹੈ? ਕਹਿੰਦਾ ਤੁਸੀਂ ਧਰਮ 'ਚ ਕਿਉਂ ਮਰਨਾ ਚਾਹੁੰਦੇ ਹੋ ਆਪਣੇ 'ਚ? ਤੇ ਬਾਬਾ ਫਤਿਹ ਸਿੰਘ ਕਹਿਣ ਲੱਗੇ ਸੁਣ ਮੁਸਲਮਾਨ ਬਣ ਕੇ ਮੌਤ ਨਹੀਂ ਆਉਣੀ। ਕਹਿੰਦਾ ਆਏਗੀ। ਕਾਜੀ ਦੀ ਜ਼ੁਬਾਨ ਬੰਦ ਹੋ ਗਈ। ਸੁੱਚਾਨੰਦ ਨੂੰ ਕਹਿੰਦੇ ਹਿੰਦੂ ਧਰਮ 'ਚ ਮੌਤ ਨਹੀਂ ਆਉਣੀ। ਕਹਿੰਦਾ ਆਏਗੀ। ਕਹਿਣ ਲੱਗੇ ਫਿਰ ਅਸੀਂ ਆਪਣੇ ਧਰਮ ਦੇ ਵਿੱਚ, ਅਕੀਦੇ ਦੇ ਵਿੱਚ ਅਸੀਂ ਸਿੱਖ ਹੋ ਕੇ ਮਰਨਾ ਪਸੰਦ ਕਰਾਂਗੇ। ਅੱਜ ਜਦੋਂ ਬਾਬੇ ਫਤਿਹ ਸਿੰਘ ਨੂੰ ਕਚਹਿਰੀ ਦੇ ਵਿੱਚ ਬੋਲਣ ਲੱਗਿਆ ਨਾ ਵਜ਼ੀਰ ਖਾਂ, ਤੇ ਧਰਮ ਦੀਆਂ ਬਾਤਾਂ ਪਾਉਣ ਲੱਗਿਆ, ਕਹਿਣ ਲੱਗੇ ਸੁਣ ਐਵੇਂ ਮਗਜ ਭਕਾਈਆਂ ਮਾਰੀ ਜਾਂਦਾ, ਸਾਡਾ ਗੁਰੂ ਗ੍ਰੰਥ ਸਾਹਿਬ ਮਰਜ ਕਹਿੰਦਾ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਤੂੰ ਮੁਸਲਮਾਨ ਨਹੀਂ ਹੋ ਸਕਦਾ। ਮੁਸਲਮਾਨ ਤਾਂ ਮੋਮ ਦਿਲ ਹੋਇਆ ਕਰਦੇ ਗੁਰੂ ਗ੍ਰੰਥ ਸਾਹਿਬ ਮਰਜ। ਸਾਡਾ ਗੁਰੂ ਨਾਨਕ ਦੇ ਮਰਜ ਕਹਿੰਦਾ ਕਿ 5 ਨਮਾਜ਼ਾਂ ਵਕਤ 5, ਪੰਜੇ ਪੰਜਾ ਨਾਓ, ਪਹਿਲਾ ਸੱਚ ਹਲਾਲ, ਦੂਏ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ, ਮਨ ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਓਏ ਅਸੀਂ ਤੁਹਾਡੀਆਂ ਮਸੀਤਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਤੁਹਾਡੀਆਂ ਨਮਾਜ਼ਾਂ ਨੂੰ ਮਾੜਾ ਨਹੀਂ ਕਹਿੰਦੇ। ਐਵੇਂ ਤੂੰ ਸਾਡੇ ਨਾਲ ਜਿਦਾ ਕਰੀ ਜਾਂਦਾ। ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮੁਸਲਮਾਨ ਦੇ ਬੋਲ ਦਰਜਾ ਬਾਬਾ ਫਰੀਦ ਸਾਹਿਬ ਦੇ। ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਮਰਜ ਕਹਿੰਦਾ ਕਿ ਫਰੀਦਾ ਉੱਠ ਸਾਜ ਊਜੂ, ਸੁਬਹ ਨਮਾਜ਼ ਗੁਜ਼ਾਰ, ਕਬਹੂ ਚੱਲਣਾ ਆਇਆ ਪੰਜੇ ਵਕਤ ਮਸੀਤ। ਅਸੀਂ ਤਾਂ ਨਮਾਜ਼ਾਂ ਪੜ੍ਹਨ ਦੀ ਗੱਲ ਕਰਦੇ ਆ, ਅਸੀਂ ਤਾਂ ਨਾ ਮਸੀਤਾਂ ਢਾਉਣ ਦੀ ਗੱਲ ਕਰੀਏ ਨਾ ਨਮਾਜ਼ਾਂ ਢਾਉਣ ਦੀ ਗੱਲ ਕਰੀਏ। ਤੁਹਾਡੀ ਸਰਕਾਰ ਹਿੰਦੂਆਂ ਦਾ ਕਦੇ ਮੰਦਿਰ ਢਾਉਂਦੀ ਆ, ਕਦੇ ਨਹੀਂ ਕਦੇ ਕਿਸੇ ਧਾਰਮਿਕ ਅਸਥਾਨ ਦਾ ਧਾਰਮਿਕ ਅਸਥਾਨ ਢਾਉਂਦੀ ਆ। ਤੂੰ ਅੱਜ ਕਾਰਵਾਈ ਪਾ। ਉਹਨੇ ਜਿਹੜੇ ਸਵਾਲ ਸੁੱਚਾਨੰਦ ਬੋਲਦਾ ਹੈ, ਵਜ਼ੀਰ ਖਾਂ ਬੋਲਦਾ ਹੈ, ਕਾਜੀ ਧਰਮ ਦੀਆਂ ਬਾਤਾਂ ਬੋਲਦਾ ਹੈ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੜ 'ਚ ਆ ਕੇ ਜਿਵੇਂ ਸਮੇਂ ਦੀ ਸਰਕਾਰ ਨੂੰ ਠੋਕਮਾ ਜਵਾਬ ਦੇਣ ਲੱਗਿਆ। ਸੁਣਿਓ ਜਰਾ। ਸੂਬੇਦਾਰ ਵਜ਼ੀਰ ਖਾਨ ਨੂੰ ਫਤਿਹ ਸਿੰਘ ਨੇ ਕਿਹਾ ਲਲਕਾਰ, ਅਸੀਂ ਤੇਗ ਬਹਾਦਰ ਪੁੱਤਰੇ।
ਦੂਜੇ ਦਿਨ ਦੀ ਕਚਹਿਰੀ ਦੇ ਵਿੱਚ ਸਾਧ ਸੰਗਤ ਠੋਕ ਕੇ ਜਵਾਬ ਦਿੱਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਸਮਾਂ ਆਪਣੀ ਚਾਲੇ ਚੱਲਦਾ ਪਿਆ। ਸਤਿਗੁਰੂ ਦਾਤਾ ਜਿੰਨਾ ਕਰ ਰਹਿ ਗਿਆ ਇਤਿਹਾਸ ਦੇ ਵਿੱਚ ਕੁੱਜੇ 'ਚ ਸਮੁੰਦਰ ਬੰਦ ਕਰਾਵੇ। ਮੈਂ ਬਾਤ ਪਾਉਂਦਾ ਜਾਵਾਂਗਾ, ਤੁਸੀਂ ਹੁੰਗਾਰਾ ਭਰਦੇ ਜਾਇਓ। ਆਪਣੇ ਗੌਰ ਨਾਲ ਸੁਣਿਓ। ਤੀਜੇ ਦਿਨ ਪੇਸ਼ੀ ਪੈਣੀ ਹੈ। 2 ਦਿਨ ਦੀਆਂ ਪੇਸ਼ੀਆਂ ਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੋਂ ਨਾਲੇ ਮਾਂ ਗੁਜਰੀ ਪੁੱਛਦੀ ਹੈ, ਨਾਲੇ ਹੱਸਦੀ ਹੈ, ਨਾਲੇ ਉਹ ਦੱਸਦੇ ਨੇ ਵੀ ਕਿਹੜੇ ਜੋਸ਼ ਦੇ ਅੰਦਰ ਅਸੀਂ ਆ ਕੇ ਜਵਾਬ ਦੇ ਕੇ ਆਉਨੇ ਆ। ਦੂਜੇ ਦਿਨ ਦੀ ਪੇਸ਼ੀ ਤੋਂ ਬਾਅਦ ਲੈ ਕੇ ਗਏ ਸਨ ਬਾਜ਼ਾਰ ਦੇ ਵਿੱਚ ਮਠਾਈ ਦੀਆਂ ਦੁਕਾਨਾਂ ਦੇ ਸਾਹਮਣੇ ਸ਼ਸਤਰਾਂ ਦੀਆਂ ਦੁਕਾਨਾਂ ਸਨ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਤੇਗਾਂ ਨੂੰ ਹੱਥ ਪਾ ਲਿਆ ਸੀ। ਹਾਕਮ ਚਕਰਾ ਗਿਆ ਸੀ, ਦਿਮਾਗ ਚਕਰਾ ਗਿਆ ਸੀ ਵੀ ਇਹ ਛੋਟੀ ਜੀ ਉਮਰ ਦੇ ਇਹਨਾਂ ਨੂੰ ਤੇਗਾਂ ਤੇ ਸ਼ਸਤਰਾਂ ਦਾ ਬੜਾ ਚਾਅ। ਸਾਧ ਸੰਗਤ ਤੀਜੇ ਦਿਨ ਪੇਸ਼ੀ ਦੇ ਵਿੱਚ ਅੱਜ ਠੋਕਮੇ ਜਵਾਬ ਕਾਜੀ ਨੇ ਫਤਵਾ ਸੁਣਾ ਦਿੱਤਾ ਹੈ ਕਿ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏਗਾ। ਤੇ ਯਾਦ ਰੱਖਿਓ ਠੰਡਾ ਬੁਰਜ 140 ਫੁੱਟ ਦਾ ਨਾ, ਇਸ ਬੁਰਜ ਦੇ ਸਾਹਮਣੇ ਸੂਬਾ ਹੀ ਸਰਹੰਦ ਵਜ਼ੀਰ ਖਾਨ ਦੀ ਘਰ ਵਾਲੀ ਹੈ, ਉਹ ਬੀਬੀ ਭਾਗੋ ਸੀ, ਹਿੰਦੂਆਂ ਦੀ ਧੀ ਸੀ। ਜ਼ਬਰਦਸਤੀ ਚੁੱਕ ਲਿਆ, ਉਹਦਾ ਨਾਂ ਜੈਨਾ ਬੇਗਮ ਪੈ ਗਿਆ। ਮੁੜ ਕੇ ਉਹਦੇ ਇੱਕ ਪੁੱਤ ਤੇ ਇੱਕ ਧੀ ਪਈ ਆ। ਅੱਜ ਜਦੋਂ ਤੀਜੀ ਪੇਸ਼ੀ ਤੋਂ ਬਾਅਦ ਵਜ਼ੀਰ ਖਾਨ ਆਪਣੇ ਮਹਿਲਾ ਚ ਆਇਆ ਨਾ, ਕਹਿਣ ਲੱਗੀ ਸੁਣ ਵੇ ਸਿਰ ਦਿਆ ਸਾਈਆਂ, ਮੈਂ ਤੇਰੀ ਬੇਗਮ ਆ ਦੇਖ ਆਪਣੇ ਵੀ ਪੁੱਤ ਤੇ ਆਪਣੇ ਵੀ ਧੀ ਪਏ ਆ, ਤੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਆਪਣੇ ਮਖਮਲੀ ਗੱਦਿਆਂ 'ਚ ਪਏ ਆ। ਉਹਨਾਂ ਨੂੰ ਇੱਕ ਅੱਧੀ ਰਜਾਈ ਮੈਨੂੰ ਕਹਿ ਦੇਵੇ ਮੈਂ ਦੇ ਆਉਣਾ ਹੀ ਆ। ਕਹਿਣ ਲੱਗਾ ਸੁਣ ਲਾ, ਸਵੇਰੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਣਾ। ਉਹ ਕਹਿਣ ਲੱਗੀ ਆਹ ਕਰਮ ਨਾ ਕਮਾ, ਸਾਰੀ ਉਮਰ ਲਾਂਤਾਂ ਪੈਣਗੀਆਂ ਤੈਨੂੰ। ਵਜ਼ੀਰ ਖਾਨ ਨੂੰ ਉਹਦੀ ਘਰ ਵਾਲੀ ਨੇ ਕਿਹਾ ਸੀ ਵੀ ਪੁੱਤ ਪਾਰਸਾ ਤੋਂ ਮਹਿੰਗੇ ਹੁੰਦੇ ਸੂਬਿਆ, ਕੁੱਲ ਦੇ ਚਿਰਾਗ ਹੁੰਦੇ ਨੇ, ਤੂੰ ਮੰਨ ਜਾ, ਪੁੱਤ ਪਾਰਸਾ ਤੋਂ ਮਹਿੰਗੇ ਹੁੰਦੇ ਨੇ। ਸਾਧ ਸੰਗਤ ਬਾਂਦਰੀ ਦਾ ਬੱਚਾ ਮਰ ਜੇ ਨਾ, ਬਾਂਦਰੀ ਦਾ ਬੱਚਾ, ਤੇ ਵਿਗਿਆਨ ਨੇ ਲਿਖਿਆ, ਡਿਸਕਵਰੀ ਨੇ ਦਿਖਾਇਆ, ਬਾਂਦਰੀ ਉਨੀ ਦੇਰ ਤੱਕ ਆਪਣੇ ਮਰੇ ਹੋਏ ਬੱਚੇ ਨੂੰ ਚੁੱਕੀ ਰੱਖਦੀ ਹੈ ਜਿੰਨੀ ਦੇਰ ਤੱਕ ਉਹਦਾ ਦੁਬਾਰਾ ਬੱਚਾ ਜਨਮ ਨਹੀਂ ਲੈ ਲੈਂਦਾ ਨਵਾਂ। ਪਸ਼ੂਆਂ ਤੇ ਪੰਛੀਆਂ 'ਚ ਵੀ ਪੁੱਤਰ ਮੋਹ ਹੈ। ਕਹਿਣ ਲੱਗੀ ਵੇ ਇਹ ਤਾਂ ਪਸ਼ੂਆਂ ਨੂੰ ਪਿਆਰੇ ਹੁੰਦੇ, ਇਹ ਤਾਂ ਪੰਛੀਆਂ ਨੂੰ ਪਿਆਰੇ ਹੁੰਦੇ ਆ, ਐ ਨਾ ਤੂੰ ਕਰ। ਪਰ ਨਹੀਂ, ਹਾਕਮ ਮੰਨਦਾ। ਸਵੇਰੇ ਤੀਜੀ ਪੇਸ਼ੀ ਤੋਂ ਬਾਅਦ ਉਹ ਦਿਨ ਆ ਗਿਆ, ਸਾਧ ਸੰਗਤ, ਉਹ ਵਿਆਹ ਵਾਲਾ ਦਿਨ ਆ ਗਿਆ। ਆ ਜਿਹੜੇ ਦਿਨ ਨਿਕਲ ਕੇ ਗਏ ਆ 26 27 ਖਿਮਾ ਕਰਿਓ 25 26 ਤੇ 27, ਉਹ 27 ਤਰੀਕ ਦਾ ਦਿਨ ਦੂਨਾ ਸਿੰਘ ਹੰਡੂਰੀਏ ਦੀ ਲਿਖਤ ਦੇ ਅਨੁਸਾਰ ਦੁਪਹਿਰੇ 11 ਵਜੇ ਜਦੋਂ ਮਾਂ ਗੁਜਰੀ ਅੱਜ ਤਿਆਰ ਕਰਨ ਲੱਗੀ ਹੈ, ਤੇ ਅੱਲਾ ਯਾਰ ਖਾਨ ਜੋਗੀ ਲਿਖਦਾ ਹੈ कि मरने से पहले तुम्हें दुल्हा तो बना लूं, नन्ना से सिरों पे कलंगी तो सजा लूं। आज कमर कसे आप कसे मां गुजरी ने, आज मां गुजरी ने दस्तारा सिर ते सजाइयां, सिरां ते कलंगियां लाइयां, मुखड़े चुम्मे। जान लगे साहबजादे एक गल आखी मां गुजरी नूं, पिछे मुड़ के वेख्या, अखीरली वारी फतेह बुला के जकारा छड्डण लगे। मां गुजरी कहंदी वे पुत्रो पिछे क्यों मुड़ के वेख्या? कहण लगे दादी जान लग्या तैनूं एक गल कहनी है। कहण लगी आखो कहो। शायर लिखदा कहंदे दादी अज साडे सिदक दी हद वेखी, असी जाबर दा जबर अजमाउण चले, कोजे होए हुकूमत दे मुंह ताई अपने लहू दा शीशा हां विखाउण चले। मुगल राज दा कफन है तैयार होया, बस आखिरी किल हां लाउण चले। सिख राज दी जिहदे ते छत पैणी, असी ओह कंध बनवाउण चले। दादी जी करदा कि दादे शहीद दे राह ते तुर के विखा दीए, धन भाग होणगे दादी साडे जे हिंद दी चादर ते दो फुल शहादत दे पा दीए। छड्डिया बुरज दे विचों जकारा बाबा जोरावर सिंह ते बाबा फतेह सिंह, हाकम नशाया फिरदा है, समय दी सरकार नशाई फिरदी आ। अज जिवें साहबजादे मान तोड़न लगे ने ना, सुणिओ जरा। सिम सिम खून भिजिया हालवे हालवे, इट्टां उत्ते सोगे कलियो कूड़े बालवे। साध संगत जदों पहली इट लाई ना, अपने वांगू नूं जिवें आपां नीआं बनाउने फर्श बनाउने आ,
ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਪੈਰਾਂ ਤੇ ਵੱਟ ਕੇ ਤੇਸੀ ਮਾਰ ਕੇ ਉੱਥੇ ਸੀਮਟ ਲਾ ਕੇ ਇੱਟ ਚਿਣਦਾ ਹੈ। ਇੱਟਾਂ ਚਿਣੀਆਂ ਜਾ ਰਹੀਆਂ ਨੇ, ਇੱਟਾਂ ਪਹੁੰਚ ਗਿਆ ਗੋਡਿਆਂ ਤੱਕ। ਹਾਕਮ ਨਸ਼ਾਇਆ ਫਿਰਦਾ ਸਾਧ ਸੰਗਤ ਅੱਜ ਪੂਰਾ। ਤੇਸੀਆ ਕੋਲ ਸ਼ਾਸਲ ਬੇਗ ਤੇ ਬਾਸ਼ਲ ਬੇਗ, ਸਮਾਣਾ ਜਲਾਦਾਂ ਦਾ ਸ਼ਹਿਰ। ਜਲਾਲੂਦੀਨ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਦਾ, ਉਹ ਵੀ ਸਮਾਣੇ ਦਾ। ਅੱਜ ਵੀ ਸਮਾਣਾ ਜਲਾਦਾਂ ਦਾ ਸ਼ਹਿਰ ਸਾਧ ਸੰਗਤ। ਜਿਹੜਾ ਅਵਤਾਰ ਸਿੰਘ ਇੰਡੀਆ 'ਚ ਫਾਂਸੀ ਦਿੰਦਾ ਨਾ, ਉਹ ਰਹਿੰਦਾ ਤਾਂ ਦਿੱਲੀ ਆ, ਉਹਦੀ ਕੋਠੀ ਸਮਾਣੇ ਆ। ਸਮਾਣਾ ਸਦਾ ਹੀ ਜਲਾਦਾਂ ਦਾ ਸ਼ਹਿਰ ਵੱਸਦਾ। ਆ ਸ਼ਾਸਲ ਬੇਗ ਤੇ ਬਾਸ਼ਲ ਬੇਗ ਨਸ਼ਾਏ ਫਿਰਦੇ ਨੇ। ਜਦੋਂ ਇੱਟਾਂ ਪਹੁੰਚੀਆਂ, ਨੀਹਾਂ ਪਹੁੰਚੀਆਂ ਗੋਡਿਆਂ ਕੋਲ, ਵੱਟ ਕੇ ਚੱਪਣੀ ਗੋਡਿਆਂ ਦੀ ਉੱਤੇ ਵੱਟ ਕੇ ਤੇਸੀ ਮਾਰੀ ਆ। ਉਹ ਗੋਡਿਆਂ ਦੇ ਵਿੱਚੋਂ ਖੂਨ ਸਿਮਣ ਲੱਗਿਆ। ਆ ਸੁਣਿਓ। ਜਦੋਂ ਉਸਰੀ ਦੀਵਾਰ ਸੀ ਖੂਨੀ, ਜਦੋਂ ਉਸਰੀ ਜਦੋਂ ਉਸਰੀ ਦੀਵਾਰ ਸੀ ਖੂਨੀ, ਚੁੱਪ ਸੁਨਸਾਨ ਵਰਤੀ ਵਰਤੀ ਵਰਤੀ। ਅੰਬਰ ਦਾ ਫਟੇ ਕਾਲਜਾ ਕੰਬੇ ਧਰਤੀ। ਤੁਸੀਂ ਅੱਜ ਮਹਿਸੂਸ ਕਰਕੇ ਵੇਖਿਓ, ਸਾਰੇ ਜਿੰਨੇ ਜਾਣੇ ਸੰਗਤ 'ਚ ਬੈਠੇ ਹੋ ਨਾ, ਤੁਹਾਡੇ ਅੱਧਰਾਂ ਦੇ ਪੁੱਤਰ ਧੀਆਂ ਮਖਮਲੀ ਗੱਦਿਆਂ 'ਚ ਸੁੱਤੇ ਹੋਣੇ, ਇਸ ਵਕਤ ਰਜਾਈਆਂ 'ਚ ਸੁੱਤੇ ਹੋਣੇ ਆ। ਮਾਂ ਗੁਜਰੀ ਦੇ ਪੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ। ਕੌਣ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਪੁੱਤਰਾਂ ਨਾਲ ਪਿਆਰ ਸੀ? ਬਾਬਾ ਫਤਿਹ ਸਿੰਘ ਜਿੱਦ ਕੇ ਸੌਂਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਚਿੰਬੜ ਕੇ ਸੌਂਦਾ ਰਿਹਾ ਮਹਾਰਾਜ ਜੀ ਇੱਕ ਨਾਲ। ਛੇਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਦੋਂ ਰਾਤ ਨੂੰ ਸੌਂਦੇ ਸੀ ਨਾ ਮਾਤਾ ਜੀਤੋ ਤੇ ਇਕੱਠੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਬਾਬਾ ਫਤਿਹ ਸਿੰਘ। ਕਹਿੰਦਾ ਸੀ ਪਿਤਾ ਜੀ ਦੀ ਹਿੱਕ ਨਾਲ ਚਿੰਬੜ ਕੇ ਮੈਂ ਸੌਣਾ ਮੈਂ। ਉਹ ਜਿਹੜਾ ਹਿੱਕ ਨਾਲ ਚਿੰਬੜ ਕੇ ਸੌਂਦਾ ਰਿਹਾ ਨਾ ਬਾਬਾ ਫਤਿਹ ਸਿੰਘ, ਉਹਦੇ ਗੋਡਿਆਂ ਦੀ ਚੱਪਣੀ ਦੇ ਉੱਤੇ ਹਾਕਮ ਨੇ ਤੇਸੀ ਮਾਰੀ ਐ। ਨਸ਼ਾਇਆ ਫਿਰਦਾ। ਕੌਣ ਕਹਿੰਦਾ ਸਤਿਗੁਰੂ ਨੂੰ ਪੁੱਤਰ ਨਹੀਂ ਸੀ ਪਿਆਰੇ? ਮੁਖੜਾ ਚੁੰਮਿਆ। ਅਖੀਰਲੀ ਵਾਰ ਦੇਖਿਆ ਸੀ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਇੰਨਾ ਕੁ ਪਿਆਰ ਕਰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਜਿੰਨੀਆਂ ਕੁ ਬਾਬੇ ਫਤਿਹ ਸਿੰਘ ਦੀਆਂ ਜਿੱਦਾਂ ਤੇ ਗਲਤੀਆਂ ਸੀ ਨਾ ਸਤਿਗੁਰੂ ਸਾਰੀਆਂ ਮਾਫ ਕਰਦੇ ਸੀ। ਤੁਹਾਡੇ ਸਾਰਿਆਂ ਦੇ ਪੁੱਤਰ ਧੀਆਂ ਜਹਾਜ਼ਾਂ 'ਚ ਚੜ੍ਹਦੇ ਆ, ਹੀਟਰਾਂ 'ਚ ਸੌਂਦੇ ਆ, ਗੱਡੀ 'ਚ ਵੀ ਏਸੀ ਆ ਗਿਆ, ਗੱਡੀ 'ਚ ਵੀ ਹੀਟਰ ਆ ਗਿਆ। ਤੱਕਿਓ ਕੋਲੇ ਕੰਬਲ ਕੋਈ ਨਹੀਂ, ਵਿਛਾਉਣਾ ਕੋਈ ਨਹੀਂ, ਰਜਾਈ ਕੋਲ ਨਹੀਂ, ਤੇ ਹਾਕਮ ਇੰਨਾ ਕੁ ਨਸ਼ਾਇਆ ਫਿਰਦਾ। ਅੱਜ ਅੰਬਰ ਵੀ ਰੋਂਦਾ ਪਿਆ, ਧਰਤੀ ਦਾ ਕਾਲਜਾ ਪਾੜਦਾ ਜਾਂਦਾ ਹੈ, ਪਰ ਹਾਕਮ ਆਪਣੀਆਂ ਆਈਆਂ ਤੇ ਆਇਆ ਹੋਇਆ। ਜਦੋਂ ਡਿੱਗ ਪਈ ਦੀਵਾਰ ਸੀ ਖੂਨੀ, ਜਦੋਂ ਡਿੱਗ ਪਈ ਜਦੋਂ ਡਿੱਗ ਪਈ ਦੀਵਾਰ ਸੀ ਖੂਨੀ, ਦਿੱਲੀ ਅਰਮਾਨ ਹਾਕਮਾਂ ਨੇ ਲਾ ਲਏ ਲਾ ਲਏ। ਕੋਈ ਕੋਈ ਸਾਹ ਚੱਲਦਾ ਪੁੱਜੇ ਪਾ ਲਏ। ਸਾਧ ਸੰਗਤ ਨੀਆਂ ਡੇਗੀਆਂ। ਨੀਆਂ ਡਿੱਗਣ ਤੋਂ ਬਾਅਦ ਗਿਆਨੀ ਗਿਆਨ ਸਿੰਘ ਲਿਖਦੇ ਆ ਸ਼ੀਰ ਖੋਰਮਾ ਪਿਲਾਇਆ ਗਿਆ। ਸ਼ੀਰ ਖੋਰਮਾ ਕਹਿੰਦੇ ਆ ਦੁੱਧ ਮਿਸ਼ਰੀ ਤੇ ਘਿਓ ਦੇ ਮਿਸ਼ਰਣ ਨੂੰ ਸਾਹਿਬਜ਼ਾਦੇ ਹੋਸ਼ ਦੇ ਵਿੱਚ ਲਿਆਂਦੇ ਗਏ। ਦੂਨਾ ਸਿੰਘ ਹਟੂਰੀਆ ਕਥਾ ਗੁਰੂ ਕੇ ਸੂਤਨ ਦੀ ਸਮਕਾਲੀ ਲਿਖਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਰੈਫਰੈਂਸ ਲਾਇਬ੍ਰੇਰੀ ਖਰੜਾ ਨੰਬਰ 6045। ਇਹਦਾ ਕੁਝ ਕੁ ਹਿੱਸਾ ਪਿਆਰਾ ਸਿੰਘ ਪਦਮ ਨੇ ਆਪਣੀ 4 ਸਾਹਿਬਜ਼ਾਦੇ ਕਿਤਾਬ ਦੇ ਵਿੱਚ ਛਾਪਿਆ। ਸਾਧ ਸੰਗਤ ਇੱਕ ਪਿੱਪਲ ਸੀ ਸਰਹੰਦ ਦੇ ਵਿੱਚ ਚੌਂਕ ਦੇ ਨਾਲ ਬੰਨ ਲਏ ਗਏ। ਸਾਹਿਬਜ਼ਾਦੇ ਹੋਸ਼ ਲਿਆਉਣ ਤੋਂ ਬਾਅਦ ਬੰਨਣ ਤੋਂ ਬਾਅਦ ਪਹਿਲਾਂ ਸਾਹਿਬਜ਼ਾਦਿਆਂ ਦੇ ਕੋੜੇ ਮਾਰੇ ਗਏ ਵੱਟ ਕੇ, ਚਮੜੀ ਉਧੇੜੀ ਜਾਂਦੀ ਪਈ ਆ। ਉਹ ਤੋਂ ਬਾਅਦ ਸਾਧ ਸੰਗਤ 2 ਬੰਦੇ ਗਲਾਏ ਗਏ। ਉਹਨਾਂ ਦੇ ਹੱਥ ਦੇ ਵਿੱਚ ਗੁਲੇਲ ਆ, ਪੱਟ ਕੇ ਉਹ ਭਰ ਕੇ ਮੱਥਾ ਮਾਰਦਾ ਹੈ, ਗੁਲੇਲ ਮਾਰਦਾ ਹੈ, ਤੇ ਬਾਬਾ ਫਤਿਹ ਸਿੰਘ ਦੇ ਬੱਟਾ ਜਾ ਕੇ ਕਦੇ ਮੱਥੇ ਨੂੰ ਲੱਗਦਾ, ਕਦੇ ਭਰਵੱਟਿਆਂ ਨੂੰ ਲੱਗਦਾ, ਕਦੇ ਗੱਲਾਂ ਨੂੰ ਲੱਗਦਾ, ਚਮੜੀ ਛਿੱਲੀ ਜਾ ਰਹੀ ਆ, ਕਦੇ ਡੋਲਿਆਂ ਨੂੰ ਲੱਗਦਾ। ਸਾਧ ਸੰਗਤ ਇੱਕ ਵੱਡਾ ਆ ਕੇ ਬਾਬਾ ਫਤਿਹ ਸਿੰਘ ਦੀ ਅੱਖ ਨੂੰ
ਸੰਗਤ ਘੱਟੋ ਘੱਟ 9-9 ਇੰਚ ਦਾ ਖੰਜਰ ਕੱਢਿਆ। ਆ ਜਿਵੇਂ ਸਾਹਿਬਜ਼ਾਦਿਆਂ ਦੀ ਸਾਹ ਰਗ ਕਤਲ ਕੀਤੀ ਜਾ ਰਹੀ ਹੈ ਨਾ, ਸੁਣਿਓ ਜਰਾ। ਦੱਸ ਸਕਦੀ ਜ਼ੁਬਾਨ ਨਾਲੇ ਕੰਬਦੀ, ਦੱਸ ਸਕਦੀ ਦੱਸ ਸਕਦੀ ਜ਼ੁਬਾਨ ਨਾਲੇ ਕੰਬਦੀ, ਕਹਿਰ ਜੋ ਮਾਸੂਮਾਂ ਉੱਤੇ ਭਰਤੇ ਭਰਤੇ, ਧੜਾ ਨਾਲੋਂ ਸੀਸ ਚੀਰ ਲਾਦਾ ਵੱਢ ਕਰਤੇ, ਧੜਾ ਨਾਲੋਂ ਸੀਸ ਚੀਰ ਲਾਦਾ ਅੱਡ ਕਰਤੇ, ਧੜਾ ਨਾਲੋਂ ਸੀਸ ਚੀਰ ਲਾਦਾ ਅੱਡ ਕਰਤੇ। ਸਾਧ ਸੰਗਤ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ। ਮੋਤੀ ਰਾਮ ਭੱਜ ਕੇ ਗਿਆ ਠੰਡੇ ਬੁਰਜ ਦੇ ਵਿੱਚ। ਮਾਂ ਗੁਜਰੀ ਨੂੰ ਆਖਿਆ ਤੇਰਾ ਬਾਬਾ ਫਤਿਹ ਸਿੰਘ ਇਸ ਦੁਨੀਆ ਤੋਂ ਕੂਚ ਕਰ ਗਿਆ। ਮਾਂ ਗੁਜਰੀ ਨੇ ਫਤਿਹ ਬੁਲਾਈ ਹੈ, ਆਪਣੇ ਪਤੀ ਦੇ ਸੀਸ ਨੂੰ ਚੇਤੇ ਕੀਤਾ ਹੈ। ਮਾਂ ਗੁਜਰੀ ਜਾਣ ਲੱਗੀ ਹੈ। ਸੁਣਿਓ ਇੱਕ ਗੱਲ, ਜਦੋਂ ਮਾਤਾ ਜੀਤੋ ਚੜ੍ਹਾਈ ਕਰ ਗਈ ਸੀ ਨਾ, 2 ਸਾਲਾਂ ਦਾ ਸੀ ਬਾਬਾ ਫਤਿਹ ਸਿੰਘ, ਤੋਤਲੀ ਜੀ ਜ਼ਬਾਨ ਸੀ, ਤੇ 2 ਸਾਲਾਂ ਦਾ ਬਾਬਾ ਫਤਿਹ ਸਿੰਘ ਪੁੱਛਦਾ ਹੁੰਦਾ ਸੀ, ਕਹਿੰਦੇ ਸਤਿਗੁਰੂ ਕਹਿੰਦੇ ਸੀ ਖਿਡੌਣਾ ਲੈ ਲਾ ਬਾਬਾ ਫਤਿਹ ਸਿੰਘ। ਖਿਡੌਣਾ ਨਹੀਂ ਸੀ ਲੈਂਦਾ ਬਾਬਾ ਫਤਿਹ ਸਿੰਘ, ਮਠਾਈ ਦੇਣੀ ਨਹੀਂ ਲੈਣਾ, ਖਾਣ ਵਾਲੀਆਂ ਚੀਜ਼ਾਂ ਦੇਣ ਲੱਗਿਆ। ਕਹਿਣ ਲੱਗਿਆ ਮਾਂ ਚਾਹੀਦੀ, ਮਾਂ ਚਾਹੀਦੀ। ਮਾਂ ਗੁਜਰੀ ਗੋਦੀ 'ਚ ਬਿਠਾਉਂਦੀ, ਮੁਖੜਾ ਚੁੰਮਦੀ। ਬਾਬਾ ਫਤਿਹ ਸਿੰਘ ਜਿੱਦ ਕਰਦਾ, ਕਹਿੰਦਾ ਮਾਂ ਚਾਹੀਦੀ, ਮਾਂ ਚਾਹੀਦੀ। ਆਖਰ ਨੂੰ ਪੁੱਛਦਾ ਹੈ ਮਾਂ ਕਿੱਥੇ ਗਈ, ਕਿੰਨੀ ਕੁ ਦੇਰ ਦਾਦੀ ਸਹਾਰੇ। ਸਾਧ ਸੰਗਤ 4 ਮਹੀਨੇ ਹੋ ਗਏ ਇਹ ਗੱਲ ਸੁਣਦਿਆਂ ਨੂੰ, ਦਿਲਾਸਾ ਦਿੰਦਿਆਂ ਨੂੰ। 4 ਮਹੀਨਿਆਂ ਬਾਅਦ ਮਾਂ ਗੁਜਰੀ ਕਹਿੰਦੀ ਵੇ ਪੁੱਤ ਵੇ ਮਾਂ ਸੱਚਖੰਡ ਗਈ। ਬਾਬਾ ਫਤਿਹ ਸਿੰਘ ਫਿਰ ਤੋਤਲੀ ਜ਼ਬਾਨ 'ਚ ਰੋ ਕੇ ਕਹਿੰਦਾ ਹੈ, ਕਹਿਣ ਲੱਗਿਆ ਫਿਰ ਮੈਂ ਵੀ ਸੱਚਖੰਡ ਜਾਣਾ, ਮੈਂ ਵੀ ਸੱਚਖੰਡ ਜਾਣਾ। ਕਹਿਣ ਲੱਗੀ ਵੇ ਪੁੱਤ ਵੇ ਮਾਂ ਸੱਦ ਕੇ ਜਿੱਦਣ ਤੂੰ ਸੱਚਖੰਡ ਜਾਏਗਾ ਨਾ, ਦਾਦੀ ਤੇਰੇ ਨਾਲ ਜਾਊਗੀ। ਅੱਜ ਮੋਤੀ ਰਾਮ ਬੁਰਜ 'ਚ ਆ ਗਿਆ। ਕਹਿਣ ਲੱਗੇ ਤੇਰਾ ਪੋਤਾ ਬਾਬਾ ਫਤਿਹ ਸਿੰਘ ਚੜ੍ਹਾਈ ਕਰ ਗਿਆ, ਅੱਜ ਦਾਦੀ ਸੱਚਖੰਡ ਚੱਲੀ ਆ। ਸਾਧ ਸੰਗਤ ਦੀਵਾਨ ਟੋਡਰ ਮਾਲੇ 78,000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ। ਜਦੋਂ ਸੰਸਕਾਰ ਕਰ ਲਈ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਤੇ ਕਿਰਾਏ ਤੇ ਜਿਹੜੇ 4 ਬੰਦੇ ਲਿਆਂਦੇ ਗਏ ਨਾ, ਉਦੋਂ ਅਖੌਤੀ ਸਰਹੰਦ ਵਾਲੇ ਤੇ ਵਜ਼ੀਰ ਖਾਨ ਸੁੱਚਾਨੰਦ ਗੱਲਾਂ ਕਰਦੇ ਆ ਬੜੀਆਂ ਜਿੱਦਾਂ ਕਰਦਾ ਸੀ ਨਾ ਸਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ। ਆ ਤੱਕੋ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਜਾਂਦੇ ਪਏ ਆ। ਸਿਰਫ 2 ਬੰਦੇ ਆ ਸੰਸਕਾਰ ਦੇ ਅੰਦਰ। ਇੱਕ ਲਖਾਰੀ ਨੇ, ਸ਼ਾਇਰ ਨੇ, ਇਤਿਹਾਸਕਾਰ ਨੇ ਲਿਖੀ ਆ ਗੱਲ। ਜਾਂਦੇ ਜਾਂਦੇ ਸਾਹਿਬਜ਼ਾਦੇ ਦੀਆਂ ਦੇਹਾਂ ਬੋਲ ਪੀਆਂ। ਕਹਿਣ ਲੱਗੇ ਪਰਵਾਹ ਨਾ ਕਰੋ, ਅੱਜ ਤਾਂ 2 ਜਾਣੇ ਆ ਨਾ ਸੰਸਕਾਰ ਦੇ ਵਿੱਚ, ਜਿੱਦਣ ਇੱਥੇ ਨਗਰ ਕੀਰਤਨ ਨਿਕਲਿਆ ਕਰੂਗਾ ਨਾ 2-2 ਕਰੋੜ ਆਇਆ ਕਰੂਗਾ। ਤੇ ਸਾਧ ਸੰਗਤ ਆ 25, 26 ਤੇ 27 ਦਾ ਨਗਰ ਕੀਰਤਨ ਆਲ ਵਰਲਡ ਦੇ ਵਿੱਚ ਰਿਕਾਰਡ ਤੋੜ ਗਿਆ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਹ ਲਖਤੇ ਜਿਗਰ ਅੱਜ ਵੀ ਉਹ ਸਿੱਖਾਂ ਦੇ ਪੁੱਤਰਾਂ ਧੀਆਂ ਦੇ ਵਿੱਚ ਜਿਉਂਦੇ ਆ, ਜਿਹੜੇ ਦਮਾਲੇ ਬੰਨ ਕੇ ਬਾਣਾ ਪਾ ਕੇ ਉਸ ਨਗਰ ਕੀਰਤਨ ਦੇ ਵਿੱਚ ਪਹੁੰਚੇ ਸਨ। ਅੱਲਾ ਯਾਰ ਖਾਨ ਜੋਗੀ ਲਿਖਦਾ, ਕਹਿੰਦਾ ਹਮ ਆਪਣੀ जान देके औरों की जान बचा ले चले, सिक्खी की नींव हम सिरों पे उठा चले, सिंगों की सल्तनत का पौधा लगा चले, हम अपनी जान देके औरों की जान बचा चले, सिक्खी की नींव हम सिरों पे उठा चले, सिक्खों की सल्तनत का पौधा लगा चले। और सिंगा दी सल्तनत दा बूटा बाबा जोरावर सिंह ते बाबा फतेह सिंह लाके गए हुए है। आओ सतगुरु सच्चे पातशाह किरपा करन, उन्हां दी शहीदी नूं नतमस्तक होईए, उन्हां शहीदां नूं मत्था टेकीए। इक्को गल कह के फतेह बुलाउण लग्या। सतगुरु सच्चे पातशाह दे बड़े साहिबजादे चमकौर दी गड़ी दे विच लड़े तां तुहाडे पुੱਤ अज जहाजां नूं चढ़दे फिरदे आ, ओहदे छोटे साहिबजादे नीहां दे विच चणेगे तां तुहाडे पुੱਤ अज मखमली गद्दे ते रजाइयां च सौंदे आ। ओहदे पुत्तरां नूं भुल्लिओ ना, उन्हां दी आप दी कुर्बानी ना भुल्लिओ। इन्नी क बेनती करिओ प्रवान, एक नहीं अनेका प्रकार दीयां भुल्लां हो गईयां होणगीਆਂ। ਇਹ ਜੋ ਜੱਥਾ ਆਪ ਜੀ ਦੀ ਸੇਵਾ ਕਰ ਰਿਹਾ ਹੈ, ਢਾਡੀ ਕਰਮਜੀਤ ਸਿੰਘ ਪਿੰਡ ਮਾਣੇਵਾਲ, ਢਾਡੀ ਪਰਮਜੀਤ ਸਿੰਘ ਰਾਣਮਾ ਤਹਿਸੀਲ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ, सरंगी वादक गुरसेवक सिंह पिंड थरीके तहसील ते जिला लुधियाना, दास
हम किया हम करेंगे, हम मूर्ख गवार, हम रुलते फिरते कोई बात ना पूछता। ਮਨਜੀਤ ਸਿੰਘ ਲੁਧਿਆਣਾ, ਉਸਤਾਦ ਗਿਆਨੀ ਸਰੂਪ ਸਿੰਘ ਕੜਿਆਣਾ। ਧੰਨਵਾਦ ਸਭ ਨੂੰ ਵੱਧ ਕੋਟਾਨ ਕੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਸਰਬ ਸੰਗਤ ਦਾ, ਵੀਰ ਹਰਪ੍ਰੀਤ ਸਿੰਘ ਨਮਾਣਾ ਜੀ ਦਾ, ਜਿਨ੍ਹਾਂ ਨੇ ਆਪ ਸਰਬ ਸੰਗਤ ਦੇ ਦਰਸ਼ਨ ਕਰਾਏ ਆ। ਸਾਡੇ ਤੋਂ ਬਾਅਦ ਕਾਂ ਗਾ ਜਾਂਦੇ ਆ, ਮੁੜ ਕੇ ਕੋਇਲਾ ਨੇ ਗਾਉਣਾ ਹੁੰਦਾ। ਸਾਡਾ ਤਾਂ ਸਾਧ ਸੰਗਤ ਗਾਉਣਾ ਕਾਵਾਂ ਵਰਗਾ ਸੀ। ਹੁਣ ਤਾਂ ਉਹ ਪੰਥ ਦੀਆਂ ਕੋਇਲਾਂ ਜਿਨ੍ਹਾਂ ਨੂੰ ਮਾਣ ਹੈ, ਜਿਨ੍ਹਾਂ ਦੀ ਆਵਾਜ਼ ਰੂਹ ਤੱਕ ਘਾਇਲ ਕਰਦੀ ਹੈ। ਤੇ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ, ਤੇ ਇਹਨਾਂ ਦਾ ਆਪ ਦੇ ਸ਼ਹਿਰ ਦਾ, ਤੁਹਾਡੇ ਆਪਣੀ ਸੰਗਤ ਦਾ, ਆਪਣੇ ਸ਼ਹਿਰ ਦਾ ਜੱਥਾ ਹੈ। ਇਹਨਾਂ ਸਾਡੇ ਤੋਂ ਬਾਅਦ ਗਾਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹਨਾਂ ਦੇ ਗੁਣ ਨੂੰ ਵਾਧੇ ਤੇ ਤਰੱਕੀਆਂ ਬਖਸ਼ਣ, ਸਿਰਾਂ ਤੇ ਮਿਹਰਮਤ ਭਰਿਆ ਹੱਥ ਰੱਖਣ। ਇਹਨਾਂ ਸਾਡੇ ਤੋਂ ਬਾਅਦ ਗਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰੀਕੇ ਨਾਲ ਪੰਥ ਦੀ ਚੜ੍ਹਦੀ ਕਲਾ ਤੇ ਸੇਵਾ ਦਾ ਮਾਣ ਬਖਸ਼ਦੇ ਰਹਿਣ। ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਅੱਜ ਗਰੀਬ ਨਵਾਜੀ ਕਰਨ ਆਏ ਵੱਡੇ ਵੀਰ ਕੁਲਦੀਪ ਸਿੰਘ ਬਾਜ, ਜਿਨ੍ਹਾਂ ਦਾ ਆਲਮਗੀਰ ਸਾਹਿਬ ਦੀ ਧਰਤੀ ਦੇ ਉੱਤੇ ਆਪਣਾ ਸ਼ਸਤਰਾਂ ਦਾ ਕਾਰਖਾਨਾ ਹੈ। ਬੜੇ ਸੋਹਣੇ ਸ਼ਸਤਰ ਬਣਾਉਂਦੇ ਆ। ਇੰਨੀ ਕੁ ਬੇਨਤੀ ਕਰਿਓ ਬਰਬਾਨ, ਢਿੱਲੀ ਫਤਿਹ ਨਾ ਬੁਲਾਇਓ, ਪਤਾ ਲੱਗਿਓ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।